ਸੂਹੀ ਰਾਗ ਦੇ ਵਿੱਚ ਅੰਗ 792 ਮਹਾਰਾਜ ਮੇਹਰ ਕਰਨੇ ਦੀ ਵਿਚਾਰ ਦੇਣ ਆਪਾਂ ਨੂੰ ਸੰਗਤੀ ਸੰਗਤ ਦੇ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਅਸਲੀ ਜਿਹੜਾ ਹੈਗਾ ਸ਼ਬਦ ਦੀ ਵਿਚਾਰ ਸੰਗਤ ਦੇ ਵਿੱਚ ਹੀ ਪਤਾ ਲੱਗਦੀ ਆ। ਸੂਹੀ ਕਬੀਰ ਜੀਓ अमल सिरानो लेखा देना आए कठिन दूत जम लेना क्या तैं खटिया कहाँ गवाया चलो सिताब दीवाने बुलाया। चल दरहाल दीवाने बुलाया हर फुरमान दरगाह का आया। रहाओ हुण इत्थे देख लो कबीर जी कह रहे भाई दीवान ने बुलाया, 2 बारी आया। पहले बंद दे विच भी आया, चलो सिताब दीवाने बुलाया। दूसरी बारी फिर उस तो अगली लाइन च कह रहे कबीर जी चल दरहाल दीवाने बुलाया हर फुरमान दरगाह का आया। रहाओ हुण इहदे विच कबीर जी कहंदे भाई कचहरी दे विच तेरी पुकार पैदा हो गई है, तेरी पुकार लग गई है। उत्थे तैनूं बुला रहे हैं भाई कचहरी दे विच, तेरी फाइल खुल गई है, तेरा केस आ गया है उत्थे। चलो सिताब, सिताब कहते जल्दी, चलो सिताब दीवान ने बुलाया, दीवान दे विच बुलाया गया तैनू। फिर कहते चल दरहाल दीवान ने बुलाया। दरहाल, दरहाल का मतलब है जिमें हैगा आ, पग बन्नी आ नहीं बन्नी आ, पजामा पाया नहीं पाया, जिहे जे हैगा उठ के तुर पा। दर हाल ਜਿਹੇ ਜਿਹੇ ਹਾਲ ਦੇ ਵਿੱਚ ਹੈਗਾ, ਜਿੱਥੇ ਹੈਗਾ ਉੱਥੇ ਹੀ ਤੁਰ ਪਾ ਬਸ, ਉਸ ਤੋਂ ਅੱਗੇ ਨਹੀਂ। ਉਸ ਤੋਂ ਅੱਗੇ ਕੁਛ ਦੁਨੀਆ ਦੀ ਕੋਈ ਯਾਤਰਾ ਨਹੀਂ, ਕੁਛ ਨਹੀਂ, ਬਸ ਉਸ ਆਖਰੀ ਹੋਏਗਾ। ਚੱਲ ਦਰ ਹਾਲ ਦੀਵਾਨੇ ਬੁਲਾਇਆ ਹਰ ਫੁਰਮਾਨ ਕਹਿੰਦੇ ਮੇਰੀ, ਉਹ ਕਹਿੰਦੇ ਮੇਰੀ ਗੱਲ ਨਹੀਂ ਹੈ ਭਾਈ, ਉਹ ਦੂਤ कौन आए लैण वास्ते? आ उपर लिखा है अमल सिरानो लेखा देना आए कठिन दूत जम लेना। कठिन भयानक दूत जिन्हों ने जान कढ़नी है, जिन्हों ने साह रग ते हथ पाउणा है। जान एवें नहीं निकलती, श्वास बंद करने पैंदे आ। आए कठिन दूत जम लेना कहंदे कादे वास्ते? कहंदे क्या तैं खटिया कहाँ गवाया। की खट्टी कीती है भाई, कित्थे तू जिहड़ा हैगा पैसे जिहड़े हैगे खराब कीते आ, श्वास। क्या तैं खटिया कहाँ गवाया। दोनों का फैसला होना है। और उपर सब तो की शुरू होंदा है, सब तो पहला कहंदे अमल सिरानो लेखा देना। अमल सिरानो, सिरानो कहंदे डुब गए। ਉਹ ਨਾ ਗਣੇਸ਼ ਜੀ ਦੀ ਮੂਰਤੀ ਹੁੰਦੀ ਹੈ, ਅਤੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਹੈਗੇ ਮੂਰਤੀ ਰੱਖਦੇ ਆ, ਕਾਫੀ ਦਿਨ ਰੱਖਦੇ ਆ, ਫਿਰ ਇੱਕ ਦਿਨ ਹੁੰਦਾ ਹੈ, ਫਿਰ ਉਹ ਮੂਰਤੀ ਨੂੰ ਜਿਹੜਾ ਹੈਗਾ ਸਿਰਾ ਦਿੰਦੇ ਆ ਦਰਿਆ ਦੇ ਵਿੱਚ, ਸਮੁੰਦਰ ਦੇ ਵਿੱਚ। ਕਹਿੰਦੇ ਤੇਰੇ ਅਮਲ ਵੀ ਜਿਹੜੇ ਹੈਗੇ ਹੁਣ ਤੇਰੇ ਅਮਲ ਵੀ ਸਿਰਾ ਦਿੱਤੇ ਭਾਈ। ਅਮਲ ਕਿਉਂ ਲਿਖਿਆ ਹੋਇਆ ਇੱਥੇ? ਅਮਲ ਕਿਹਨੂੰ ਕਹਿੰਦੇ ਆ ਭਾਈ? ਅਮਲ ਕਹਿੰਦੇ ਜੋ ਆਪਾਂ ਨੂੰ ਅਮਲ ਲੱਗ ਗਿਆ ਹੈ। ਅਮਲ ਕੀ ਹੁੰਦਾ ਹੈ? ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗਦੀ ਹੈ, ਜਿਹੜੀ ਆਪਾਂ ਰੋਜ਼ ਕਰਦੇ ਹਾਂ, ਕਈ ਵਾਰੀ ਕਰਦੇ ਹਾਂ, ਉਹਨੂੰ ਅਮਲ ਕਹਿੰਦੇ ਆ। ਜਿਹੜੀ ਛੁੱਟਦੀ ਨਹੀਂ ਹੈ ਉਹਨੂੰ ਅਮਲ ਕਹਿੰਦੇ ਆ। ਅਮਲ ਸਿਰਾਨੋ ਲੇਖਾ ਦੇਣਾ ਕਹਿੰਦੇ ਹੁਣ ਅਮਲ ਨਹੀਂ ਕਰ ਸਕਦਾ ਭਾਈ, ਹੁਣ ਤਾਂ ਜੋ ਕਰ ਰਿਹਾ ਸੀਗਾ ਉਹਦਾ ਲੇਖਾ ਦੇਣਾ ਹੈ, ਹੁਣ ਹਿਸਾਬ ਕਿਤਾਬ ਹੈਗਾ ਭਾਈ। ਹੁਣ ਤੇਰਾ ਅੱਗੇ ਜਿਹੜਾ ਹੈਗਾ ਗਾਹਾਂ ਤੇਰਾ ਫੈਸਲਾ ਹੋਣਾ ਹੈ ਭਾਈ। ਜਿਹੜੇ ਤੇਰੇ ਅਮਲ ਹੈ ਉਹਨਾਂ ਦੇ ਹਿਸਾਬ ਦੇ ਨਾਲ ਤੈਨੂੰ ਉਹੀ ਜੀ ਜੂਨਾਂ ਦੇ ਵਿੱਚ ਜਾਣਾ ਪਊਗਾ।
ਅਮਲ ਸਿਰਾਂ ਨੂੰ ਲੇਖਾ ਦੇਣਾ। ਹੁਣ ਤਾਂ ਲੇਖਾ ਦੇਣਾ ਪੈਣਾ ਹੈ, ਭੁਗਤਾਨ ਕਰਨਾ ਪੈਣਾ ਹੈ। ਅਮਲ ਸਿਰਾਂ ਨੂੰ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਕਠਿਨ ਦੂਤ ਜਿਹੜੇ ਜਮ ਦੇ ਜਿਹੜੇ ਹੈਗੇ ਆ ਗਏ ਆ ਭਾਈ ਲੈਣ ਦੇ ਵਾਸਤੇ। ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨੇ ਬੁਲਾਇਆ। ਕੀ ਖੱਟੀ ਕੀਤੀ ਆ ਭਾਈ, ਕਿੱਥੇ ਤੂੰ ਜਿਹੜਾ ਹੈਗਾ ਸਵਾਸ ਖਰਾਬ ਕੀਤੇ ਆ। ਉਹਦਾ ਇਕੁਅਲ ਬਿਲਕੁਲ ਇੱਕ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇੱਕ ਕਰਮ ਦਾ ਵਿਚਾਰ ਹੋਣਾ ਹੈ। ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨੇ ਬੁਲਾਇਆ। ਚਲ ਦਰਹਾਲ ਦੀਵਾਨੇ ਬੁਲਾਇਆ, ਹਰ ਫੁਰਮਾਨ ਦਰਗਹਿ ਗਾਇਆ। ਦੂਤ ਕਹਿੰਦੇ ਭਾਈ ਸਾਡਾ ਨਹੀਂ ਹਿਸਾਬ, ਸਾਡੇ ਨਾ ਤਾਂ ਸਾਡੇ ਧਰਮਰਾਜ ਦੀ ਚੱਲਦੀ ਆ ਉੱਥੇ, ਉਹ ਮਾਲਕ ਪਰਮਾਤਮਾ ਦਾ ਚੱਲਦੀ ਆ ਭਾਈ, ਉਹਦਾ ਹੁਕਮ ਚੱਲਦਾ ਹੈ, ਉਹਦਾ ਫੁਰਮਾਨ ਹੈਗਾ। ਹਰ ਫੁਰਮਾਨ ਦਰਗਹਿ ਕਾ ਆਇਆ, ਮਾਲਕ ਦਾ ਉਹ ਕੰਟਰੋਲਰ ਦਾ ਜਿਹੜਾ ਹੈਗਾ ਉਹਦਾ ਆਰਡਰ ਆ ਭਾਈ। ਰਹਾਓ। ਹਾਂਜੀ ਗੋਲਕੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਦੇਖੋ ਇਹ ਜੋ ਬਾਣੀ ਆਪਾਂ ਪੜ੍ਹ ਰਹੇ ਹਾਂ, ਇਸ ਨੂੰ ਸਮਝਣ ਦੇ ਦੋ ਤਰੀਕੇ ਨੇ। ਇੱਕ ਤੇ ਜਿੱਦਾਂ ਕੋਈ ਵੀ ਮਨੁੱਖ ਬਾਣੀ ਨੂੰ ਪੜ੍ਹ ਸਕਦਾ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਪਰ ਪ੍ਰੋਬਲਮ ਉਦੋਂ ਹੋ ਜਾਣੀ ਆ ਕਿ ਜਿਹੜਾ ਬੰਦਾ ਪੜ੍ਹਦਾ ਹੈ ਉਹ ਆਪਣੇ ਹਿਸਾਬ ਨਾਲ ਹੀ ਉਸਨੇ ਉਹਦੇ ਅਰਥ ਕੱਢਣੇ। ਉਹ ਨਹੀਂ ਕਹਿ ਸਕਦਾ ਜੋ ਬ੍ਰਹਮ ਗਿਆਨੀ ਕਹਿ ਗਿਆ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਸਧਾਰਨ ਬੰਦਾ ਬਾਣੀ ਪੜ੍ਹ ਸਕਦਾ, ਕੋਈ ਵੀ ਅੱਖਰ ਪੜ੍ਹ ਸਕਦਾ, ਅੱਖਰਾਂ ਦੀ ਕਿਹੜੀ ਗੱਲ ਹੈ। ਪਰ ਜਦੋਂ ਬਾਣੀ ਉਚਾਰੀ ਗਈ, ਕਿਉਂ ਉਚਾਰੀ ਗਈ, ਉਹ ਸੰਤ ਕੀ ਕਹਿਣਾ ਚਾਹੁੰਦੇ ਨੇ, ਉਹਦੇ ਭਾਵ ਅਰਥ ਕੀ ਬਣਦੇ ਆ, ਉਸ ਚੀਜ਼ ਨੂੰ ਸਮਝਣ ਦੇ ਲਈ ਥੋੜਾ ਬਹੁਤਾ ਤੁਹਾਨੂੰ ਆਪਣਾ ਅਨੁਭਵ ਜ਼ਰੂਰੀ ਹੈ। ਉਸ ਤੋਂ ਬਿਨਾਂ ਤੇ ਬਾਣੀ ਨਹੀਂ ਖੁੱਲੇਗੀ, ਬਿਲਕੁਲ ਨਹੀਂ ਖੁੱਲੇਗੀ। ਪੜ੍ਹਨਾ ਇੱਕ ਅਲੱਗ ਚੀਜ਼। ਜਿੱਦਾਂ ਆਪਾਂ ਕੋਈ ਕਿਸੇ ਬੰਦੇ ਨੇ ਚਿੱਠੀ ਲਿਖੀ, ਆਪਾਂ ਚਿੱਠੀ ਪੜ੍ਹ ਲਈ, ਪਰ ਚਿੱਠੀ ਦੇ ਵਿੱਚ 4-5 ਲਾਈਨਾਂ ਦੇ ਵਿੱਚ ਉਹ ਬਹੁਤ ਕੁਝ ਕਹਿਣਾ ਚਾਹੁੰਦਾ ਹੈ। ਹੁਣ ਜਦੋਂ ਚਿੱਠੀ ਪੜ੍ਹਦਾ ਹੈ ਬੰਦਾ, ਔਰ ਜੇਕਰ ਉਹ ਤੁਹਾਡਾ ਰਿਸ਼ਤੇਦਾਰ ਹੈ, ਉਹ ਤੁਹਾਨੂੰ ਪਤਾ ਹੈ ਕਿ ਚਿੱਠੀ 'ਚ ਕੀ ਲਿਖਿਆ, ਆਮ ਬੰਦੇ ਨੂੰ ਫੜਾਓਗੇ ਚਿੱਠੀ, ਉਹਦੇ ਲਈ ਤੇ ਮੋੜ 2-4 ਗੱਲਾਂ ਹੀ ਲੱਗਣੀਆਂ, 4-5 ਲਾਈਨਾਂ, ਉਹਨੂੰ ਪਤਾ ਵੀ ਨਹੀਂ ਲੱਗਣਾ ਬਹੁਤਾ। ਪਰ ਤੁਹਾਡੀ ਜ਼ਿੰਦਗੀ ਨਾਲ ਉਹ ਚਿੱਠੀ ਰਿਲੇਟਡ ਹੈ ਔਰ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੇ ਲਿਖੀ ਹੈ, ਫਿਰ ਉਦੋਂ ਜਿਹੜਾ ਨਿੱਜਰ ਸਾਹਿਬ ਉਹਦਾ ਜਿਹੜਾ ਮੀਨਿੰਗ ਆ ਕਾਫੀ ਵੱਡਾ ਹੋ ਜਾਂਦਾ, ਵਾਸਟ ਹੋ ਜਾਂਦਾ। ਕੁਝ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਥੋੜੀਆਂ ਲਿਖੀਆਂ ਨੇ, ਪਰ ਤੁਹਾਨੂੰ ਪਤਾ ਕੀ ਉਹ ਕਹਿਣਾ ਚਾਹੁੰਦੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਹਾਂ, ਇਸੇ ਤਰ੍ਹਾਂ ਬਾਣੀ ਆ। ਦੇਖੋ ਹੁਣ ਬਾਣੀ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ, ਬਾਣੀ ਦੇ ਵਿੱਚ ਉਹ ਉਸ ਟਾਈਮ ਤੇ ਸੰਤਾਂ ਨੇ ਕਿਉਂ ਬਾਣੀ ਉਚਾਰੀ, ਉਹਦੇ ਪਿੱਛੇ ਮਤਲਬ ਕੀ ਹੈ, ਮੀਨਿੰਗ ਕੀ ਹੈ, ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ। ਜੇਕਰ ਆਪਾਂ ਉਹਨਾਂ ਦਾ ਮਤਲਬ ਸਮਝ ਜਾਈਏ, ਜੋ ਸਾਨੂੰ ਉਹ ਕਹਿਣਾ ਚਾਹੁੰਦੇ ਨੇ, ਤੇ ਸਮਝ ਲਓ ਕਿ ਸਾਨੂੰ ਬਾਣੀ ਦੀ ਸਮਝ ਆ ਰਹੀ, ਫਿਰ ਅਸੀਂ ਸਮਝ ਰਹੇ ਹਾਂ। ਬਿਲਕੁਲ ਸਹੀ ਆ ਕਿ ਅਸੀਂ ਬਾਣੀ ਨੂੰ ਸਮਝ ਚੁੱਕੇ ਹਾਂ, ਸਾਨੂੰ ਉਹਨਾਂ ਪਤਾ ਲੱਗ ਗਿਆ ਕਿ ਉਹਨਾਂ ਦਾ ਮਤਲਬ ਕੀ ਹੈ, ਉਹ ਕੀ ਕਹਿ ਰਹੇ ਨੇ ਸਾਨੂੰ। ਠੀਕ ਹੈ ਨਾ ਜੀ ਸਾਹਿਬ? ਅੱਜ ਦੀ ਸ਼ੁਰੂ ਕਰੀ। ਅਮਲ ਸਿਰਾਨੋਂ ਲੇਖਾ ਦੇਣਾ। ਕਿ ਤੇਰੇ ਅਮਲ ਜਿਹੜੇ ਸੀਗੇ, ਤੈਨੂੰ ਜਿਹੜੇ ਅਮਲ ਸੀਗੇ, ਜਿਹੜੇ ਤੇਰੇ ਸ਼ੌਕ ਸੀਗੇ, ਜਿਹੜੀਆਂ ਤੇਰੀਆਂ ਇੱਛਾਵਾਂ ਸੀਗੀਆਂ, ਜਿਹੜੇ ਤੈਨੂੰ ਖੁਸ਼ੀ ਦਿੰਦੀਆਂ ਸੀਗੀਆਂ ਚੀਜ਼ਾਂ, ਉਹਨਾਂ ਦਾ ਟਾਈਮ ਖਤਮ ਹੋ ਗਿਆ ਹੁਣ। ਜਿਹੜੇ ਤੂੰ ਪ੍ਰੇਮ ਨਾਲ ਸ਼ੌਕ ਦੇ ਨਾਲ ਕਰਦਾ ਸੀਗਾ, ਜਿਹਦੇ ਵਾਸਤੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਪੂਰਾ ਜਲਦੀ ਕੰਮ ਆਪਣੇ ਸਾਰੇ ਨਿਪਟਾ ਲੈਂਦਾ ਸੀਗਾ, ਸਿਰਫ ਉਹਨਾਂ ਦੀ ਗੱਲ ਕਰ ਰਹੇ ਆ। ਬਾਕੀ ਜੋ ਦੁਨੀਆ ਦੇ ਜੋ ਰੂਟੀਨ ਹੈਗਾ, ਆਪਾਂ ਨੇ ਰੋਟੀ ਖਾਣੀ ਹੈ ਜਾਂ ਸੌਣਾ ਹੈ ਜਾਂ ਜੋ ਵੀ ਕਰਨਾ ਹੈ, ਬਾਕੀ ਉਹਦੀ ਗੱਲ ਨਹੀਂ ਕਰ ਰਹੇ। ਨਹਾਉਣਾ ਹੈ, ਧੋਣਾ, ਉਹਨਾਂ ਦਾ ਕੋਈ ਲੇਖਾ ਨਹੀਂ ਦੇਣਾ। ਕਹਿੰਦੇ ਅਮਲ ਸਿਰਾਨੋਂ ਲੇਖਾ ਦੇਣਾ, ਅਮਲਾਂ ਦਾ ਲੇਖਾ ਦੇਣਾ ਹੈ ਭਾਈ। ਅਮਲਾਂ ਦਾ ਟਾਈਮ ਖਤਮ ਹੋ ਗਿਆ ਹੁਣ, ਲੇਖਾ ਦੇਣਾ ਆ ਗਿਆ ਹੁਣ। ਆਏ ਕਠਿਨ ਦੂਤ ਜਮ ਲੈਣਾ, ਕਠਿਨ ਦੂਤ ਜਿਹੜੇ ਹੈਗੇ ਭਿਆਨਕ ਆ ਗਏ ਲੈਣ ਦੇ ਵਾਸਤੇ। ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨੇ ਬੁਲਾਇਆ। ਸਿਤਾਬ ਮਤਲਬ ਕੁਇਕ, ਜਲਦੀ। ਦੀਵਾਨ ਦੇ ਵਿੱਚ ਪੁਕਾਰ ਪੈ ਗਈ ਹੈ ਭਾਈ, ਸਰਦਾਰਾ ਸਿੰਘ ਹਾਜ਼ਰ ਹੋ। ਕਿਆ ਤੈਂ ਖਟਿਆ ਕਹਾਂ ਗਵਾਇਆ, ਇਹਦੇ ਵਾਸਤੇ ਪੁਕਾਰ ਪਈ ਹੈ ਭਾਈ।
ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਪ੍ਰਕਿਰਤੀ ਜਿਹੜੀ ਆ ਉਹ ਮੌਤ ਦੇ ਦੁਆਰਾ ਸਾਰੇ ਸਿਸਟਮ ਨੂੰ ਕੰਟਰੋਲ ਕਰਦੀ ਹੈ। ਪ੍ਰਕਿਰਤੀ ਕੋਈ ਇੱਕੋ ਚੀਜ਼ ਹੈਗੀ, ਇੱਕ ਟਾਈਮ ਹੈਗਾ, ਇੱਕ ਉਹਦੇ ਕੋਲ ਮੌਤ ਹੈਗੀ। ਜਿੱਦਾਂ ਆਪ ਦੇਖੋ, ਸਾਨੂੰ ਟਾਈਮ ਦਿੱਤਾ ਹੈ, ਇੱਕ ਟਾਈਮ ਆਏਗਾ ਜਦੋਂ ਸਾਨੂੰ ਇਹ ਸੰਸਾਰ ਤੋਂ ਜਾਣਾ ਪਵੇਗਾ। ਮੈਨੂੰ ਵੀ ਜਾਣਾ ਪਊਗਾ ਔਰ ਤੁਹਾਨੂੰ ਵੀ ਜਾਣਾ ਪਊਗਾ। ਇਹ ਯਥਾਰਥ ਸੱਚ ਹੈਗਾ, ਕਿਉਂਕਿ ਪ੍ਰਕਿਰਤੀ ਦੇ ਅਧੀਨ ਜਦੋਂ ਕੋਈ ਚੀਜ਼ ਆ ਜਾਂਦੀ ਹੈ ਤੇ ਉਹਨੇ ਸਮੇਂ ਦੇ ਅਧੀਨ 'ਚ ਚੱਲ ਜਾਣਾ। ਤੇ ਸਮਾਂ ਤੁਹਾਨੂੰ ਪਤਾ ਹੈ, ਸਮਾਂ ਰਫ਼ਤਾਰ ਨਾਲ ਚੱਲਦਾ ਹੈ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਸ਼ੁਰੂ ਹੋ ਜਾਂਦਾ ਹੈ ਜਦੋਂ ਬੱਚਾ ਪੈਦਾ ਹੋ ਗਿਆ। ਹੁਣ ਉਹ ਕਹਿੰਦੇ ਨੇ ਕਿ ਅਮਲਾਂ ਦੀ ਗੱਲ ਕਰਦੇ ਆ, ਸ਼ਰਾਨੋ ਲੇਖਾ ਦੇਣਾ। ਹੁਣ ਜਿਹੜੇ ਆਪਾਂ ਕੰਮ ਕੀਤੇ ਨੇ, ਆਪਣੇ ਆਪ ਨੂੰ ਭੋਗਾਂ ਦੇ ਵਿੱਚ ਲੈ ਕੇ ਗਏ ਆ, ਜਾਂ ਕਿਸੇ ਵੀ ਤਰੀਕੇ 'ਚ ਜਿਹੜੀਆਂ ਚੀਜ਼ਾਂ ਮਤਲਬ ਵਰਜਿਤ ਨੇ। ਹਾਂ, ਜੇ ਵਰਜਿਤ ਵੀ ਹੈਗੇ ਤੇ ਜੇ ਮਤਲਬ ਚਲੋ ਭਲੇ ਕੰਮ ਵੀ ਹੈਗੇ ਤਾਂ ਉਹਦਾ ਵੀ ਲੇਖਾ ਦੇਣਾ ਪੈਣਾ। ਜਿਹਦੇ ਭਲੇ ਅਮਲ ਹੈਗੇ ਤੇ ਉਹਦਾ ਵੀ ਤੈਨੂੰ ਫਾਇਦਾ ਮਿਲਣਾ ਹੈ ਭਾਈ। ਹਾਂ, ਵਰਜਿਤ ਨੇ ਜਾਂ ਜਿਹੜੇ ਫਲ ਆਪਾਂ ਕਿਸੇ ਇੱਛਾ ਰੱਖ ਕੇ ਕਰਦੇ ਹਾਂ। ਮੰਨ ਲਓ ਮੇਰੇ ਮਨ 'ਚ ਇੱਛਾ ਹੈ, ਮੈਂ ਦਾਨ ਕਰਦਾ ਹਾਂ, ਮੈਂ ਚਾਹੁੰਦਾ ਉਹਦੇ ਬਦਲੇ ਕੁਛ, ਉਹ ਵੀ ਜਿਹੜਾ ਮੇਰਾ ਕਰਮ ਆ ਉਹਨੂੰ ਫਲ ਲੱਗਣਾ। ਭਗਤੀ ਦੇ ਵਿੱਚ ਮਤਲਬ ਇਹੋ ਹੀ ਆ ਕਿ ਅਕਰਮ ਅਵਸਥਾ 'ਚ ਜਾਣਾ ਹੈ, ਆਪਾਂ ਕਰਮ ਨਾ ਕਰੀਏ। ਜਿੱਦਾਂ ਅਸ਼ਟਾਵਕਰ ਨੂੰ ਜਿੱਦਾਂ ਮਤਲਬ ਗਿਆਨ ਹੋ ਗਿਆ, ਫਿਰ ਰਾਜੇ ਜਨਕ ਨੂੰ ਗਿਆਨ ਕਰਾਇਆ। ਰਾਜੇ ਜਨਕ ਨੇ ਫਿਰ ਦੇਖਿਆ ਕਿ ਇਹ ਸੰਸਾਰ ਦੇ ਵਿੱਚ ਕੰਮ ਕੁਮ ਕਰਨ ਦੇ ਨਾਲ ਕੋਈ ਸੰਸਕਾਰ ਨਹੀਂ ਬਣਦੇ ਜੇਕਰ ਤੁਸੀਂ ਅੰਦਰੋਂ ਸ਼ਾਂਤ ਜੋ। ਤੇ ਜੇਕਰ ਤੁਸੀਂ ਅੰਦਰੋਂ ਅਸ਼ਾਂਤ ਜੋ ਤੇ ਭਾਵੇਂ ਤੁਸੀਂ ਚੰਗੇ ਵੀ ਕਰਮ ਕਰ ਰਹੇ ਜੋ, ਉਹਨਾਂ ਦੇ ਸੰਸਕਾਰ ਪੱਕੇ ਬਣੇ। ਤੇ ਇੱਥੇ ਉਹ ਕਹਿ ਰਹੇ ਨੇ ਕਿ ਜਮਦੂਤ ਆ ਗਏ ਨੇ ਹੁਣ। ਮਤਲਬ ਇੱਕ ਤੇਰੇ ਕੋਲ ਆ ਗਏ ਆ ਜਮਦੂਤ ਦਾ ਮਤਲਬ ਕਿ ਤੇਰਾ ਹੁਣ ਜਿਹੜਾ ਅਗਲਾ ਸਫ਼ਰ ਸ਼ੁਰੂ ਹੋਣਾ ਹੈ। ਕਿਉਂਕਿ ਦੇਖੋ, ਕਣਕ ਦੇ ਬੀਜ ਪੈਦਾ ਹੋ ਗਏ ਤੇ ਗੱਲ ਖਤਮ ਨਹੀਂ ਹੋ ਗਈ। ਇੱਕ ਬੀਜ ਬੀਜਿਆ, ਉਸ ਤੋਂ ਬਾਅਦ ਉਹਨੂੰ ਕਿੰਨੇ ਫਲ ਲੱਗ ਗਏ, ਉਹ ਪ੍ਰੋਸੈਸ ਹੈ। ਉਹ ਜਦੋਂ ਵੀ ਬੀਜ ਬੀਜਾਂਗੇ ਧਰਤੀ 'ਚ, ਉਹਦੇ ਵਿੱਚ ਫਿਰ ਪੌਦਾ ਪੈਦਾ ਹੋਊਗਾ। ਤੇ ਇੱਥੇ ਵੀ ਜਿਹੜੀ ਪ੍ਰਕਿਰਤੀ ਹੈਗੀ ਆ, ਪ੍ਰਕਿਰਤੀ ਦਾ ਮਤਲਬ ਇਹ ਹੈ ਕਿ ਆਪਾਂ ਜੋ ਵੀ ਕੁਝ ਕਰਦੇ ਆ ਨਾ, ਇਹ ਸਾਰਾ ਦੇਖੋਗੇ ਨਾ, ਇਹ ਸਾਰਾ ਤੁਹਾਡਾ ਸੁਪਰਵਿਜ਼ਨ ਦੇ ਅਧੀਨ ਹੈਗਾ ਹੈ। ਇੱਕ ਕਰਮ ਭੂਮੀ ਆ। ਆਪਾਂ ਜਿੱਦਾਂ ਦਾ ਵੀ ਕਰਮ ਕਰਾਂਗੇ ਔਰ ਉਹਦਾ ਸਾਨੂੰ ਪ੍ਰਮਾਣ ਦੇ ਰੂਪ 'ਚ ਉਹਦਾ ਫਲ ਪੱਕਾ ਮਿਲਣਾ, ਗਰੰਟੀ ਹੈ। ਵੈਸੇ ਕਾਫੀ ਹੱਦ ਤੱਕ ਜਿਹੜਾ ਬੰਦਾ ਨਾ ਜਿਉਂਦੇ ਜੀ ਭੋਗ ਕੇ ਜਾਂਦਾ ਜੀ, ਕਾਫੀ ਹੱਦ ਤੱਕ ਬੰਦਾ ਜਿਉਂਦੇ ਜੀ ਭੋਗਦਾ। ਬਾਕੀ ਜੋ ਬਚ ਜਾਂਦਾ ਉਹ ਪ੍ਰਕਿਰਤੀ ਅੱਗੇ ਉਹਨੂੰ ਚਲਾਈ ਜਾਂਦੀ ਹੈ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਤੁਸੀਂ ਖੁਦ ਦੇਖ ਸਕਦੇ ਜੋ ਇੱਕ ਵੀ ਚੀਜ਼ ਜਿਹੜੀ ਹੈਗੀ ਆ ਧਰਤੀ ਤੇ ਸਥਿਰ ਨਹੀਂ ਹੈਗੀ। ਕਿੱਦਾਂ ਸੂਰਜ ਘੁੰਮ ਰਿਹਾ, ਕਿੱਦਾਂ ਧਰਤੀ ਘੁੰਮ ਰਹੀ, ਘੁੰਮ ਕੇ ਫਿਰ ਵਾਪਸ ਉਸੇ ਜਗ੍ਹਾ ਤੇ। ਪਾਣੀ ਸਮੁੰਦਰ 'ਚੋਂ ਭਾਵ ਬਣਦਾ, ਉੱਪਰ ਉੱਡਦਾ, ਮੀਂਹ ਪੈਂਦਾ ਨਦੀਆਂ ਦੇ ਰਾਹੀਂ, ਫਿਰ ਸਮੁੰਦਰ ਦੇ ਵਿੱਚ, ਫਿਰ ਪਾਣੀ ਜਿਹੜਾ ਘੁੰਮ ਕੇ ਸਮੁੰਦਰ ਚਲ ਜਾਂਦਾ। ਠੀਕ ਹੈ, ਇਹਦਾ ਮਤਲਬ ਕੁਛ ਵੀ ਹੋ ਰਿਹਾ, ਉਹ ਘੁੰਮ ਕੇ ਵਾਪਸ ਘੁੰਮ ਕੇ ਬੀਜ ਬੀਜਿਆ, ਫਲ ਲੱਗਾ, ਫਿਰ ਬੀਜ ਬਣ ਗਿਆ। ਉਹ ਮਤਲਬ ਏਦਾਂ ਕੀ ਘੁੰਮ ਰਹੀ ਆ। ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਸਟੇਬਲ ਨਹੀਂ ਹੈਗੀ। ਹੁਣ ਉਹ ਕਹਿੰਦੇ ਨੇ ਕਿ ਜੰਮ ਲੈਣਾ, ਤੈਨੂੰ ਜੰਮ ਲੈਣਾ ਆ ਗਏ ਨੇ। ਹੁਣ ਉਹ ਕਹਿਣਗੇ ਕਿ ਇਹ ਜਿਹੜਾ ਤੇਰਾ ਟਾਈਮ ਅਪ ਹੋ ਗਿਆ, ਹੁਣ ਤੈਨੂੰ ਅੱਗੇ ਜਾਣਾ ਪਊਗਾ, ਤੇਰਾ ਅਗਲਾ ਸਫ਼ਰ ਸ਼ੁਰੂ ਹੋਣਾ। ਹਾਂਜੀ ਨਜਰ ਸਾਹਿਬ, ਅੱਗੇ ਚਲੀ। ਹਾਂ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨੇ ਬੁਲਾਇਆ। ਕਹਿੰਦੇ ਕੀ ਖੱਟੀ ਕੀਤੀ ਹੈ ਤੇ ਹਿਸਾਬ ਕਿਤਾਬ ਹੋਣਾ ਹੈ ਭਾਈ। ਕੀ ਤੂੰ ਫਾਇਦੇ ਦਾ ਕੰਮ ਕੀਤਾ, ਨੁਕਸਾਨ ਦਾ ਕੰਮ ਕੀਤਾ ਹੈ ਭਾਈ। ਉਹ ਪਰਮਾਤਮਾ ਦੇ ਜਿਹੜੇ ਹੈਗੇ ਕਾਨੂੰਨ ਦੇ ਅਨੁਸਾਰ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਿਹੜੀ ਹੈ ਤੇਰੀ ਪੁਕਾਰ ਪੈ ਗਈ। ਚੱਲ ਪਾ ਹੁਣ। ਬਸ ਉਹਨਾਂ ਨੇ ਜਿਹੜੀ ਹੈਗੀ ਆ ਜੀਵ ਨੂੰ ਲੈ ਜਾਣਾ ਹੈ, ਸਰੀਰ ਇੱਥੇ ਰਹਿ ਜਾਣਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਭੌਰ ਨੂੰ ਕੱਢ ਲੈਂਦੇ ਆ। ਹਾਂ, ਸਰੀਰ ਚੋਂ ਭੌਰ ਨੂੰ ਕੱਢ ਕੇ ਫਿਰ ਆਪਣੇ ਨਾਲ ਲੈ ਜਾਂਦੇ ਨੇ। ਸਰੀਰ ਨੂੰ ਕਾਹਦੀ ਸਜ਼ਾ ਦੇਣੀ? ਸਜ਼ਾ ਤੇ ਭੌਰ ਨੂੰ ਮਿਲਣੀ ਹੈ ਜਿਹੜਾ ਅੰਦਰ ਬੈਠਾ ਹੈ, ਜਿਹੜਾ ਸਰੀਰ ਤੋਂ ਕੰਮ ਲੈਂਦਾ। ਸਰੀਰ ਤੇ ਕੁਛ ਵੀ ਨਹੀਂ ਹੈਗਾ, ਉਹ ਤੇ ਇੱਕ ਮਸ਼ੀਨ ਆ। ਹੁਣ ਗੱਡੀ ਦੇ ਉੱਤੇ ਤੁਸੀਂ ਕਾਰ ਤੇ ਬਹੋਗੇ, ਸੈਲਫ ਮਾਰੋਗੇ, ਸਟਾਰਟ ਹੋਗੀ, ਨਹੀਂ ਤੇ ਉਦਾਂ ਹੀ ਉਹ ਖਲੋਤੀ ਪਈ ਹੈ। ਉਹਦੇ 'ਚ ਭਾਵੇਂ ਤੇਲ ਆ, ਪੈਟਰੋਲ ਆ, ਬੈਟਰੀ ਆ, ਜੋ ਮਰਜ਼ੀ ਸਭ ਕੁਛ ਹੈਗਾ, ਪਰ ਜੇ ਤੁਸੀਂ ਸਟਾਰਟ ਹੀ ਨਹੀਂ ਕਰੋਗੇ ਕਿੱਥੋਂ ਸਟਾਰਟ ਹੋ? ਇਸੇ ਤਰ੍ਹਾਂ ਸਰੀਰ ਜਿਹੜਾ ਹੈਗਾ
ਇਹ ਵਾਹੀਕਲ ਆ, ਇਹ ਜਿਹੜਾ ਜੀਵ ਆ ਉਹਨੂੰ ਇਸਤੇਮਾਲ ਕਰਦਾ। ਕਹਿੰਦੇ ਕਿ ਕਿਆ ਤੈਂ ਖਟਿਆ ਕਿਆ ਕਹਾਂ ਗਵਾਇਆ, ਕਹਾਂ ਗਵਾਇਆ। ਹੁਣ ਤੂੰ ਕਮਾਈ ਕੀ ਕੀਤੀ ਹੈ? ਜੇ ਕਮਾਈ ਕੀਤੀ ਹੈ ਤੇ ਵਧੀਆ, ਉਸ ਤੋਂ ਬਾਅਦ ਤੇ ਤੂੰ ਗਵਾਇਆ ਕੀ ਹੈ? ਕਈ ਲੋਕ ਪਤਾ ਕੀ ਕਰਦੇ ਆ, ਇੱਕ ਤੇ ਇੱਥੋਂ ਧਰਤੀ ਤੋਂ ਖੱਟ ਕੇ ਜਾਂਦੇ ਨੇ, ਕੁਝ ਕਮਾ ਕੇ ਜਾਂਦੇ ਨੇ, ਪਰ ਕਈ ਕਰਦੇ ਨੇ ਕਿ ਜਿਹੜਾ ਪੱਲੇ ਹੈਗਾ ਉਹਨੂੰ ਵੀ ਗਵਾ ਜਾਂਦੇ ਨੇ ਪ੍ਰਕਿਰਤੀ ਚ। ਵੇਖੋ ਨਿਜਰ ਸਾਹਿਬ, ਬਿਲਕੁਲ ਇਹ ਨਹੀਂ ਕਿ ਕੋਈ ਖੱਟੂ ਹੁੰਦੇ, ਕੋਈ ਮਨਖੱਟੂ ਹੁੰਦੇ ਆ। ਕਈ ਵੇਖ ਲਓ, ਉਹ ਪਿਓ ਦੇ ਪੁੱਤ ਟਿਕ ਕੇ ਬਹਿੰਦੇ ਨਹੀਂ ਜਦ ਤੱਕ ਐਨ ਪੂਰਾ ਆਪਣੇ ਆਪ ਨੂੰ ਫਾਲਤੂ ਦੇ ਕਰਮਾਂ ਨਾਲ ਪੂਰੀ ਤਰ੍ਹਾਂ ਭਰ ਨਹੀਂ ਲੈਂਦੇ। ਦਿਨ ਰਾਤ ਐਸੇ ਕਰਮ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ। तो ये चीज वो कहना चाहते हैं। हाँ जी निजर साहब, अभी चलिए। चल दरहाल दीवाने बुलाया, हर फुरमान दरगह का आया रहाओ। दोबारा फिर कह रहे भाई रहाओ दी पंक्ति दे विच कबीर जी कहंदे, जमदूत कहंदे आ भाई उन्होंने एक समा, एक तेनों एक सेकंड भी नहीं देना, एक साह भी वध नहीं देना। कहंदे चल दरहाल, दरहाल मतलब एज इट इज, जिस तरह भी हैगा, ਜਿਹੜੇ ਮਰਜ਼ੀ ਹਾਲ 'ਚ ਹੈਗਾ, ਉਸ ਹਾਲ ਦੇ ਵਿੱਚ ਤੁਰ ਪਾ ਬਸ ਸਾਡੇ ਨਾਲ। ਪੁਕਾਰ ਪੈ ਗਈ ਹੈ ਤੇਰੀ। ਇਹ ਪਰਮਾਤਮਾ ਦਾ ਫਰਮਾਨ ਹੈ, ਮਾਲਕ ਦਾ ਕਾਨੂੰਨ ਹੈਗਾ, ਉਹਦੀ ਦਰਗਾਹ ਦਾ ਕਾਨੂੰਨ ਆ ਗਿਆ ਹੁਣ। ਹਾਂਜੀ ਵੀਰ ਜੀ, ਰਹਾਓ। ਹਾਂਜੀ ਠੀਕ। ਕਹਿੰਦੇ ਚੱਲ ਸਿਤਾਬ ਦੀਵਾਨ ਬੁਲਾਇਆ, ਕਹਿੰਦੇ ਚਲੋ ਚੱਲੀਏ, ਤੁਹਾਡਾ ਸੁਨੇਹਾ ਆ ਚੁੱਕਿਆ ਹੈ। ਕਿਉਂਕਿ ਹੁਣ ਤੁਹਾਨੂੰ ਕਾਫੀ ਟਾਈਮ ਹੋ ਗਿਆ ਧਰਤੀ ਤੇ ਆਇਆਂ ਨੂੰ, ਹੁਣ ਤੁਹਾਡੀ ਅਗਲੀ ਯਾਤਰਾ ਸ਼ੁਰੂ ਹੋਣੀ। ਬਾਕੀ ਜਿਹੜੀਆਂ ਜੂਨੀਆਂ ਹੈਗੀਆਂ ਜੇ, ਉਹ ਆਟੋਮੈਟਿਕਲੀ ਚੱਲ ਰਹੀਆਂ ਨੇ। ਤੁਸੀਂ ਉਤਲੀ ਮੰਜ਼ਿਲ ਤੋਂ ਉਤਰ ਕੇ ਦੂਜੀ ਤੇ ਆ ਗਏ, ਦੂਜੀ ਤੇ ਤੀਜੀ ਤੇ ਆ ਗਏ, ਤੀਜੀ ਤੇ ਚੌਥੀ ਤੇ ਆ ਗਏ, ਚੌਥੀ ਤੇ ਮਤਲਬ ਥੱਲੇ ਮਤਲਬ ਨਹੀਂ, ਤੁਸੀਂ ਮੰਨ ਲਓ 10ਵੀਂ ਤੋਂ 9 ਤੇ ਆ ਗਏ, 9 ਤੋਂ 8 ਤੇ ਆ ਗਏ, 7 ਤੇ ਆ ਗਏ, 6 ਤੇ ਆ ਗਏ, 5 ਤੇ ਆ ਗਏ, 4 ਤੇ ਆ ਗਏ, 3 ਤੇ ਆ ਗਏ, 2 ਤੇ ਆ ਗਏ, 1 ਤੇ ਆ ਗਏ ਤੇ 0 ਤੇ ਆ ਗਏ। ਉਹ ਇੱਕ ਅਲੱਗ ਤਰੀਕਾ ਹੈ। ਪਰ ਇਹ ਜਿਹੜਾ ਦਬਾਨ ਦੀ ਗੱਲ ਕਰਦੇ ਨੇ, ਇਹ ਕੇਵਲ ਇਨਸਾਨ ਦੇ ਲਈ ਲੱਗਦਾ ਜੀ ਨਿਜਰ ਸਾਹਿਬ। ਬਿਲਕੁਲ ਠੀਕ ਹੈ, ਇਨਸਾਨ ਦੇ ਵਾਸਤੇ। ਇੱਥੇ ਇੱਥੇ ਸਪੈਸ਼ਲ ਜਿਹੜੇ ਇਹ ਕਲਾਉਜ਼ ਹੈਗੀ ਆ, ਕਿਉਂਕਿ ਇਨਸਾਨ ਜਿਹੜਾ ਇਹ ਕਰਮ ਜੂਨੀ ਆ ਤੇ ਭੋਗੀ ਜੂਨੀ ਵੀ ਨਹੀਂ ਹੈਗਾ ਹੈ। ਦੂਜੀਆਂ ਜੂਨੀਆਂ ਜਿਹੜੀਆਂ ਹੈਗੀਆਂ ਉਹ ਹੈਗੀਆਂ ਭੋਗੀ ਜੂਨੀਆਂ ਨੇ। ਜੇ ਸਭ ਉਹਨਾਂ ਕੋਲ ਆਪਸ਼ਨ ਨਹੀਂ ਹੈਗੇ, ਉਹਨਾਂ ਦੀ ਜੋ ਖੁਰਾਕ ਉਹਨਾਂ ਨੇ ਉਹੀ ਖਾਣੀ। ਹਾਂ, ਉਹ ਤਾਂ ਜੇਲ੍ਹ ਦੇ ਵਿੱਚ ਹੈਗੇ, ਉਹਨਾਂ ਨੇ ਸਜ਼ਾ ਕੱਟਣੀ ਆ ਤੇ ਉਹਨਾਂ ਨੇ ਬਸ ਸਜ਼ਾ ਕੱਟ ਕੇ ਉਹਨਾਂ ਨੇ ਅਪਗ੍ਰੇਡ ਹੋ ਜਾਣਾ ਹੈ, ਉਹਨਾਂ ਦਾ ਸਟੈਪ ਅਪ ਹੋ ਜਾਣਾ ਉਹਨਾਂ ਨੇ। ਹਾਂ, ਉਹਨਾਂ ਦਾ ਇੱਕ ਅਲੱਗ ਸਿਸਟਮ ਹੈ। ਪਰ ਜਿਹੜਾ ਸਾਡਾ ਵਾ, ਸਾਡਾ ਅਲੱਗ ਸਿਸਟਮ ਹੈ। ਸਾਡਾ ਇਹ ਇੱਕ ਐਸਾ ਡੰਡਾ ਹੈ, ਇਹ ਜਿੱਦਾਂ ਖੂਹ ਦੀ ਆਖਰੀ ਟੈਂਡੇ ਹੈ ਨਾ, ਸਭ ਤੋਂ ਉੱਪਰ ਆ ਚੁੱਕੀ ਹੈ। ਇਸ ਤੋਂ ਬਾਅਦ ਨਿੱਜਰ ਸਾਹਿਬ ਫਿਰ ਭਰਨ ਵਾਸਤੇ ਜਾਂਦੀ ਹੈ। ਬਿਲਕੁਲ, ਕੀ ਕਹਿ ਰਹੇ ਸੀ? ਮੈਂ ਇਹ ਕਹਿ ਰਿਹਾ ਸੀ ਗੋਰਖੀ ਸਾਹਿਬ ਕਿ ਸਟੈਪ ਡਾਊਨ ਹੁੰਦਾ ਹੈ ਜਿਹੜਾ, ਉਹ ਜਿਹੜਾ ਹੈਗਾ ਇੱਕ ਸਟੈਪ ਡਾਊਨ ਨਹੀਂ ਹੁੰਦਾ। ਜਿਹੇ ਜੇ ਆਪਣਾ ਹੁਣ ਮੰਨ ਲਓ ਇਨਸਾਨ ਦੀ ਜੂਨ ਹੈ, ਇਨਸਾਨ ਨੇ ਅਵਗੁਣ ਕੀਤੇ ਆ, ਉਹਦੀ ਜਿਹੜੀ ਹੈਗੀ ਅਵਗੁਣ ਕਰਨ ਦੀ ਜਿਹੜੀ ਹੈਗੀ ਉਹਦਾ ਇੰਪੈਕਟ ਕਿੰਨਾ ਆ, ਅਵਗੁਣ ਕਿੰਨੇ ਕੁ ਕੀਤੇ, ਉਸ ਹਿਸਾਬ ਨਾਲ ਉਹ ਡਾਇਰੈਕਟ ਜਿਹੜਾ ਹੈਗਾ ਥੱਲੇ ਦੀਆਂ ਜੂਨਾਂ 'ਚ ਵੀ ਚਲੇ ਜਾਊਗਾ, ਸਿੱਧਾ ਦਾ ਸਿੱਧਾ ਥੱਲੇ ਚਲੇ ਜਾਊਗਾ। ਇਸ ਤਰ੍ਹਾਂ ਹੈਗਾ, ਇੱਕ ਸਟੈਪ ਡਾਊਨ ਨਹੀਂ ਹੁੰਦਾ। ਨਿੱਜਰ ਸਾਹਿਬ ਪਤਾ ਕੀ ਆ, ਦੇਖੋ ਕੋਈ ਵੀ ਚੀਜ਼ ਆ, ਹੁਣ ਜਿੰਨੀ ਭਾਰੀ ਆ ਉਹਨੇ ਉਨਾ ਥੱਲੇ ਚੱਲ ਜਾਣਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਚਿੱਕੜ 'ਚ ਕੋਈ ਚੀਜ਼ ਸੁੱਟੋ ਜੀ, ਹੌਲੀ ਜਿਹੀ ਉੱਤੇ ਰਹਿ ਜਾਂਦੀ ਹੈ, ਜਿੰਨੀ ਭਾਰੀ ਸੁੱਟੀ ਜੋ ਉਨੀ ਥੱਲੇ ਉੱਪ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਜਿਹੜੇ ਕਰਮ ਹੈ, ਸਾਨੂੰ ਗਹਿਰੇ ਮੰਡਲਾਂ 'ਚ ਲੈ ਜਾਂਦੇ ਨੇ। ਕਈ ਬੰਦੇ ਕਹਿੰਦੇ ਐਸੇ ਮਾੜੇ ਕਰਮ ਕਰਦੇ ਆ, ਉਹ ਕਹਿੰਦੇ ਕੁੰਭੀ ਨਰਕ 'ਚ ਚੱਲ ਜਾਂਦੇ। ਕੁੰਭੀ ਦਾ ਨਰਕ, ਉੱਥੇ ਕਹਿੰਦੇ ਪਤਾ ਨਹੀਂ ਡੋਰਮਨ ਹੈਗਾ, ਉੱਥੇ ਪਤਾ ਹੀ ਨਹੀਂ ਬੰਦਾ ਕਿੰਨਾ ਸਮਾਂ ਉੱਥੇ ਕੱਢ ਜਾਂਦਾ। ਫਿਰ ਜਾ ਕੇ ਕਿਤੇ ਉਹ ਭੋਗੀ ਜੂਨੀਆਂ 'ਚ ਆ ਕੇ ਉਹਦਾ ਸਿਸਟਮ ਸ਼ੁਰੂ ਹੁੰਦਾ। ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਦੀਵਾਨ ਨੇ ਬੁਲਾ ਲਿਆ, ਹਰ ਫਰਮਾਨ ਦਰਗਾਹ ਕਾ ਆਇਆ। ਇਹ ਮਾਲਕ ਦਾ ਕਾਨੂੰਨ ਹੈ ਭਾਈ, ਪਰਮਾਤਮਾ ਦਾ ਫਰਮਾਨ ਹੈਗਾ, ਦਰਗਾਹ ਦਾ, ਉਹਦੀ ਮਾਲਕ ਦੀ ਦਰਗਾਹ ਤੋਂ ਨਿਕਲਿਆ ਕਾਨੂੰਨ। ਸਭ ਜਿਹੜਾ ਹੈਗਾ ਉਸ ਮਾਲਕ ਦੇ ਕਾਨੂੰਨ ਦੇ ਅਨੁਸਾਰ ਤੇਰਾ ਜਿਹੜਾ ਹੈਗਾ ਧਰਮਰਾਜ ਦੀ ਕਚਹਿਰੀ ਦੇ ਵਿੱਚ ਤੇਰੀ ਪੁਕਾਰ ਪੈ ਗਈ ਹੈ। ਹਾਂਜੀ ਵੀਰ ਜੀ। ਹਾਂ, ਬਿਲਕੁਲ ਸਹੀ ਹੈ ਜੀ। ਇਹ ਪਰਮਾਤਮਾ ਨੇ ਹੀ ਕਾਨੂੰਨ ਬਣਾਏ ਆ, ਚਾਹੇ ਪ੍ਰਕਿਰਤੀ ਹੈ, ਚਾਹੇ ਧਰਮਰਾਜ ਹੈ, ਚਾਹੇ ਬ੍ਰਹਮਾ ਹੈ, ਜੋ ਵੀ ਹੈ, ਇਹ ਸਭ ਪਰਮਾਤਮਾ ਦੀਆਂ ਸ਼ਕਤੀਆਂ ਨੇ ਔਰ ਪਰਮਾਤਮਾ ਨੇ ਇਹਨਾਂ ਸ਼ਕਤੀਆਂ ਨੂੰ ਹੁਕਮ ਚਲਾਇਆ। ਠੀਕ ਹੈ ਜੀ। ਅੱਗੇ ਹੁਣ ਜਿਹੜਾ ਰਹਾਓ, ਕਰੋ ਅਰਦਾਸ ਗਾਉਂ ਕਿਛ ਬਾਕੀ, ਲਿਓ ਨਵੇਰ ਆਜ ਕੀ ਰਾਤੀ। ਇਨਸਾਨ ਕੀ ਕਰਦਾ ਹੈ? ਕਬੀਰ ਜੀ ਕਹਿੰਦੇ ਇੱਥੇ ਵੀ ਇਨਸਾਨ ਜਿਹੜਾ ਜਾਣਾ ਨਹੀਂ ਚਾਹੁੰਦਾ ਕੋਈ ਵੀ। ਉਹਦੇ ਆਪਣੇ ਜਿਹੜੇ ਹੈਗੇ ਬਥੇਰੇ ਜਿਹੜੇ ਕੰਮ ਜਿਹੜੇ ਆ ਅਧੂਰੇ ਹੁੰਦੇ ਆ। ਕਹਿੰਦੇ ਗਾਉਂ ਦੇ ਵਿੱਚ, ਇੱਥੇ ਦੁਨੀਆ ਦੇ ਵਿੱਚ ਮੇਰਾ ਕੰਮ ਕਾਫੀ ਹੈਗਾ, ਮੈਂ ਆਪਣੀ ਆ ਜਿਹੜੀ ਆ
ਕੋਈ ਜਿਹੜੀ ਹੈਗੀ ਆ ਇਹਦੀ ਜਿਹੜੀ ਮੇਰੀ ਪੋਤੀ ਹੈਗੀ, ਇਹਦਾ ਵਿਆਹ ਕਰਨਾ ਹੈ, ਧਰਿਆ ਹੋਇਆ ਹੈ, ਮੰਗਣੀ ਧਰੀ ਹੋਈ ਹੈ, ਮੈਂ ਉੱਪਰ ਕੁਝ ਕਰਨਾ ਹੈ, ਮੈਂ ਕਿਸੇ ਦਾ ਕੁਝ ਦੇਣਾ ਹੈ, ਮੈਂ ਕਿਸੇ ਤੋਂ ਕੁਝ ਲੈਣਾ ਆ। ਕਰੋ ਅਰਦਾਸ ਗਾਓ ਕਿਛ ਬਾਕੀ, ਮੇਰਾ ਕਾਫੀ ਕੁਝ ਬਾਕੀ ਹੈਗਾ। ਅਰਦਾਸ ਕਰ ਰਿਹਾ, ਬੇਨਤੀ ਕਰ ਰਿਹਾ, ਲਿਓ ਨਿਬੇੜ ਅੱਜ ਕੀ ਰਾਤੀ, ਅੱਜ ਦੀ ਰਾਤ ਦੇ ਦਿਓ, ਕੱਲ ਨੂੰ ਤੁਹਾਡੇ ਨਾਲ ਤੁਰੂੰਗਾ ਮੈਂ, ਅੱਜ ਨਿਬੇੜ ਲਵਾਂ ਮੈਂ, ਅੱਜ ਦੀ ਰਾਤ ਇੱਕ ਰਾਤ ਹੋਰ ਦੇ ਦਿਓ ਮੈਨੂੰ ਐਕਸਟਰਾ। ਕਿਛ ਵੀ ਖਰਚ ਤੁਮਾਰਾ ਸਾਰੋਂ, ਸੁਬਹ ਨਿਵਾਜ ਸਰਾਏ ਗੁਜ਼ਾਰੋਂ। ਤੁਹਾਡਾ ਕੋਈ ਵੀ ਖਰਚ ਹੈਗਾ ਲੈ ਲਓ ਯਾਰ, ਲੈ ਦੇ ਕੇ ਗੱਲ ਕਰੋ, ਕਾਹਦੇ ਵਾਸਤੇ ਐਵੇਂ ਜਿਹੜਾ ਰੌਲਾ ਪਾਇਆ ਹੋਇਆ। ਲਓ ਤੇ ਕੁਛ ਲਓ ਤੇ ਬਸ ਆਪਣਾ ਨੱਕੀ ਕਰੋ ਗੱਲਬਾਤ। ਸਵੇਰੇ ਆਪਾਂ ਇਕੱਠੇ ਹੀ ਜਾ ਕੇ ਉੱਥੇ ਜਿਹੜਾ ਹੈਗੇ ਨਮਾਜ਼ ਸਵੇਰੇ ਕਰ ਲਾਂਗੇ, ਨਿਤਨੇਮ ਸਵੇਰੇ ਆਪਾਂ ਸਰਾਂ ਦੇ ਵਿੱਚ ਰਸਤੇ 'ਚ ਕਿਤੇ ਮਰਜ਼ੀ ਕਰ ਲਾਂਗੇ। ਜੇ ਤੁਸੀਂ ਨਿਤਨੇਮ ਨਹੀਂ ਕਰਨਾ, ਜੇ ਤੁਸੀਂ ਕੋਈ ਪੂਜਾ ਪਾਠ ਕਰਨੀ ਹੈ ਉਹ ਵੀ ਕਰ ਲਾਂਗੇ। ਬਸ ਹੁਣ ਅੱਜ ਇੱਕ ਰਾਤ ਦਿਓ ਤੇ ਨੱਕੀ ਕਰੋ ਮਾਮਲਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬੰਦਾ ਏਦਾਂ ਹੀ ਕਰਦਾ ਜੀ। ਬੰਦਾ ਤੇ ਬਹਾਨੇ ਭਾਲਦਾ ਕਿ ਇੱਕ ਦਿਨ ਲੰਘ ਜੇ, ਪਰ ਨਹੀਂ, ਉਦੋਂ ਟਾਈਮ ਨਹੀਂ ਹੁੰਦਾ, ਬਹੁਤ ਮੁਸ਼ਕਲ ਗੇੜ ਹੈ। ਇਸ ਲਈ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਸਭ ਤੋਂ ਕੀਮਤੀ ਹੈ ਉਹ ਤੁਹਾਡਾ ਸਮਾਂ। ਜਿਹੜਾ ਸਮਾਂ ਆਪਾਂ ਕਹਿੰਦੇ ਨਾ, ਲੋਕੀ ਕਹਿੰਦੇ ਮੈਂ ਟਾਈਮ ਨੂੰ ਕੱਟਦਾ ਪਿਆ, ਉਹ ਇਹ ਨਹੀਂ ਸੋਚਦਾ ਕਿ ਟਾਈਮ ਨੂੰ ਤੂੰ ਨਹੀਂ ਕੱਟਣ ਦਿਆ, ਟਾਈਮ ਤੈਨੂੰ ਕੱਟਣ ਦਿਆ। ਇੱਕ ਸਮਾਂ ਆਊਗਾ, ਉਹਨੇ ਆਪਣੀ ਖੇਡ ਪੂਰੀ ਕਰ ਜਾਣੀ, ਔਰ ਬੜੀ ਸਲੋ ਚੱਲਦੀ ਹੈ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਹੁਣ ਮੈਂ ਬਾਹਰ ਕਿਤੇ ਮੈਂ ਬਾਜ਼ਾਰ ਜਾਂਦਾ ਤੇ ਵੇਖਣ ਆ ਕਿ ਕਿੱਡੀ ਫਾਸਟ ਬੰਦਾ ਬੁੱਢਾ ਹੁੰਦੇ ਆ। 40-43 ਸਾਲ ਮੇਰੀ ਉਮਰ ਹੋ ਗਈ, ਮੈਨੂੰ ਪਤਾ ਵੀ ਨਹੀਂ ਲੱਗਾ ਕਦੋਂ ਲੰਘ ਗਈ। ਕਿੱਡੀ ਫਾਸਟ, ਮਤਲਬ ਇੰਨੀ ਬਰੀਕੀ ਨਾਲ ਕੰਮ ਹੁੰਦੇ ਨੇ ਜਿਸ ਬੰਦੇ ਨੂੰ ਪਤਾ ਨਹੀਂ ਲੱਗਦਾ। ਬਿਲਕੁਲ। ਤੇ ਬੰਦਾ ਜਿਹੜਾ ਤੁਰਿਆ ਉਹ ਤੇ ਕਿਤੇ ਪਹੁੰਚ ਵੀ ਗਿਆ ਜਾਂ ਪਹੁੰਚ ਜਾਵੇਗਾ, ਪਰ ਜਿਹੜਾ ਤੁਰਿਆ ਨਹੀਂ ਉਹਨੇ ਕਿੱਥੇ ਪਹੁੰਚਣਾ। ਸਫ਼ਰ ਤੇ ਬਹੁਤ ਲੰਮਾ ਹੈ, ਅਗਲਾ ਸਫ਼ਰ ਤੇ ਇਸ ਤੋਂ ਵੀ ਲੰਮਾ ਵਾ। ਇਹ ਗ੍ਰੰਥਾਂ 'ਚ ਸਾਨੂੰ ਸਮਝਾਇਆ ਕੀ ਗਿਆ, ਇਹੋ ਤੇ ਸਮਝਾਇਆ ਗਿਆ। ਹਾਂਜੀ ਨਜਰ ਸਾਹਿਬ, ਅਗਲੀ ਤੁਕ ਸੁਣਾਓ। ਹਾਂ, ਅੱਗੇ ਕਹਿੰਦੇ ਆ, ਸਾਧ ਸੰਗ ਜਾਕੋ ਹਰ ਰੰਗ ਲਾਗਾ, ਧਨ ਧਨ ਸੋਜਨ ਪੁਰਖ ਸੁਭਾਗਾ। ਕਹਿੰਦੇ ਜਿਨ੍ਹਾਂ ਨੇ ਜਿਹੜਾ ਹੈਗਾ ਮਾਲਕ ਦਾ ਧਨ ਜਿਹੜਾ ਹੈਗਾ ਸਹੀ ਜਗ੍ਹਾ ਤੇ ਲਾਤਾ, ਸਵਾਸਾਂ ਦਾ ਧਨ ਦਿੱਤਾ ਸੀ, ਸਰੀਰ ਦਿੱਤਾ ਸੀਗਾ, ਸਹੀ ਜਗ੍ਹਾ ਧਿਆਨ ਸਿਮਰਨ ਦੇ ਵਿੱਚ ਲਗਾਤਾ, ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਰੰਗ ਲੱਗ ਗਿਆ, ਮਾਲਕ ਦੀ ਖਿੱਚ ਪੈਦਾ ਹੋ ਗਈ, ਮਾਲਕ ਦੇ ਨਾਲ ਪ੍ਰੇਮ ਪੈ ਗਿਆ। ਇਸ ਜਗ੍ਹਾ ਤੇ ਜਿਨ੍ਹਾਂ ਨੇ ਆਪਣਾ ਸਵਾਸਾਂ ਦਾ ਧਨ ਲਗਾ ਦਿੱਤਾ, ਧਨ ਧਨ ਸੋਜਨ ਪੁਰਖ ਸੁਭਾਗਾ। ਕਹਿੰਦੇ ਉਹ ਤਾਂ ਬਹੁਤ ਹੀ ਵੱਡਾ ਪੁਰਖ, ਭਾਗਾਂ ਵਾਲਾ ਬੰਦਾ ਹੈਗਾ ਭਾਈ। ਧਾਨਿਆ ਉਹ ਬੰਦਾ, ਧਾਨਿਆ ਜਿਹਨੇ ਜਿਹੜਾ ਦੁਨੀਆ ਦੇ ਵਿੱਚ ਆ ਕੇ ਔਰ ਜਿਹੜਾ ਹੈਗਾ ਆਪਾਂ ਪ੍ਰੇਮਾ ਭਗਤੀ ਕਰ ਲਈ, ਬੰਦਗੀ ਕਰ ਲਈ ਜਿਹਨੇ। ਈ ਤੂਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਉਹ ਤਾਂ ਇੱਥੇ ਵੀ ਹੁਣ ਵੀ ਜਿੰਨੇ ਸਵਾਸ ਹੈਗੇ ਇੱਥੇ ਵੀ ਸੌਖਾ, ਅੱਗੇ ਵੀ ਸੌਖਾ, ਅੱਗੇ ਵੀ ਉਹਨੂੰ ਕੋਈ ਜੂਨਾਂ ਦੇ ਵਿੱਚ ਨਹੀਂ, ਕੁਛ ਨਹੀਂ। ਈ ਤੂਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਉਹਨੇ ਤਾਂ ਜਨਮ ਪਦਾਰਥ ਮਨੁੱਖੀ ਜੂਨ ਜਿਹੜੀ ਮਿਲੀ ਸੀਗੀ ਇੰਨੀ ਰੇਅਰ, ਜਿੱਤ ਲਈ ਪਾਏ ਉਹਨੇ, ਅਮੋਲਕ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਉਹ ਕੀ ਕਹਿ ਰਹੇ ਨੇ ਦੇਖੋ, ਫਿਰ ਆਪਾਂ ਨੂੰ ਸਮਝਾ ਰਹੇ ਨੇ। ਕਹਿੰਦੇ ਆ ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਹੁਣ ਦੇਖੋ, ਸੰਗਤ ਦੇ ਵਿੱਚ ਜਿਹੜੇ ਬੰਦੇ ਨੂੰ ਰੱਬ ਦਾ ਰੰਗ ਲੱਗ ਜੇ, ਜਿਹਦੇ ਅੰਦਰ ਇੱਛਾ ਪ੍ਰਗਟ ਹੋ ਜੇ ਪਰਮਾਤਮਾ ਨੂੰ ਮਿਲਣ ਦੇ ਲਈ, ਉਹ ਕਹਿੰਦੇ ਉਹ ਬੜਾ ਵਡਭਾਗਾ ਹੈ, ਉਹ ਬਹੁਤ ਵੱਡੀ ਗੱਲ ਹੈ। ਬੰਦਾ ਇਹ ਕੋਈ ਆਮ ਗੱਲ ਨਹੀਂ ਹੋਈ, ਬਹੁਤ ਵੱਡੀ ਗੱਲ ਹੋ ਗਈ। ਤਾਈਓ ਤੇ ਕਹਿੰਦੇ ਕੋਟਨ ਮੇ ਏਕ, ਕੋਟਾਂ ਦੇ ਵਿੱਚ ਇੱਕ ਬੰਦਾ ਹੈ। ਔਰ ਜੇ ਕੋਈ ਏਦਾਂ ਦਾ ਬੰਦਾ ਧਰਤੀ ਤੇ ਪੈਦਾ ਹੋ ਜਾਂਦਾ ਹੈ, ਜਿਹੜਾ ਸੰਗਤ ਕਰਕੇ ਉਹਦੇ ਅੰਦਰ ਇੱਕ ਜਿਗਿਆਸਾ ਪੈਦਾ ਹੋ ਜਾਂਦੀ ਹੈ ਕਿ ਪਰਮਾਤਮਾ ਹਰੀ ਨੂੰ ਮਿਲਣਾ ਹੈ ਔਰ ਇਸ ਸਿਸਟਮ ਨੂੰ ਸਟਾਪ ਕਰਨਾ ਹੈ ਔਰ ਬ੍ਰਹਮ ਸੁਖ ਦੇ ਵਿੱਚ ਜਾਣਾ ਹੈ, ਉਸ ਪਰਮ ਆਨੰਦ ਵਿੱਚ ਜਾਣਾ ਹੈ ਜਿਹੜਾ ਕਿਤੇ ਖੰਡਿਤ ਨਹੀਂ ਹੁੰਦਾ, ਜਿਹੜਾ ਟੁੱਟਦਾ ਨਹੀਂ ਹੈ, ਜਿੱਥੇ ਨਾ ਤੇ ਦੁੱਖ ਹੈ ਨਾ ਸੁੱਖ ਆ, ਕੇਵਲ ਪਰਮ ਸ਼ਾਂਤੀ ਆ, ਪਰਮ ਆਨੰਦ ਆ, ਉਸ ਅਵਸਥਾ 'ਚ ਜਾਣਾ ਹੈ। ਠੀਕ ਹੈ। ਉਹ ਕਹਿ ਰਹੇ ਨੇ ਕਿ ਇਹ ਜਿਹੜਾ ਜੋ ਵੀ ਕਾਰਜ ਕਿਸੇ ਦੇ ਅੰਦਰ ਸ਼ੁਰੂ ਹੋ ਜਾਂਦਾ ਹੈ, ਕਹਿੰਦੇ ਉਹ ਜਿਹੜਾ ਜਾਣਿਆ ਉਹ ਪੁਰਖ ਜਿਹੜਾ ਸੁਭਾਗਾ ਹੈ, ਚੰਗੇ ਭਾਗਾਂ ਵਾਲਾ ਹੈ, ਬਹੁਤ ਵੱਡੀ ਗੱਲ ਹੈ। ਹਾਂਜੀ ਸਾਹਿਬ। ਹਾਂ, ਕਿ ਨਹੀਂ ਤਾਂ ਬਾਕੀ ਆਮ ਤਾਂ ਜਿਹੜੇ ਹੈਗੇ ਆ, ਦੇਖ ਲਓ ਆਪਣਾ ਜਨਮ ਜਿਹੜਾ ਹੈਗਾ ਗਵਾ ਦਿੰਦੇ ਆ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕਿਵੇਂ ਗਵਾ ਦਿੰਦੇ ਆ। ਰਹਿਣ ਗਵਾਈ ਸੋਏ, ਕਹਿ ਦਿਵਸ ਗਵਾਇਆ ਖਾਏ।
ਬਸ ਰਾਤ ਸੌਂ ਕੇ ਇੰਜੋਇਮੈਂਟ 'ਚ ਗੁਜ਼ਾਰ ਦਿੱਤੀ ਔਰ ਦਿਨ ਜਿਹੜਾ ਹੈਗਾ ਖਾਣ ਪੀਣ ਦੇ ਵਿੱਚ ਗਵਾ ਦਿੱਤਾ। ਹੀਰੇ ਵਰਗਾ ਜਨਮ ਸੀਗਾ ਮਨੁੱਖੀ ਜੂਨ, ਬਸ ਕੌਡੀਆਂ ਦੇ ਭਾਅ ਵੇਚਤੀ ਉਹਨੇ, ਜੂਏ 'ਚ ਹਾਰ ਗਿਆ। ਨਾਮ ਨਾ ਜਾਣਿਆ ਰਾਮ ਕਾ, ਮੋੜੇ ਫਿਰ ਪਾਛੇ ਪਛਤਾਏ ਰੇ। ਪਰਮੇਸ਼ਰ ਦੇ ਨਾਮ ਧਿਆਨ ਸਿਮਰਨ ਵੱਲ ਲੱਗਿਆ ਨਹੀਂ, ਤੇ ਬਾਅਦ 'ਚ ਪਛਤਾਉਂਦਾ ਹੈ। ਮਨੁੱਖੀ ਜੂਨ ਚਲੀ ਗਈ। ਤੇ ਜਿਨ੍ਹਾਂ ਨੂੰ ਸਾਧ ਸੰਗ ਜਾਕੋ ਹਰ ਰੰਗ ਲਾਗਾ, ਧਨ ਧਨ ਸੋਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਇੱਥੇ ਵੀ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਉਹ ਸੌਖਾ ਹੈਗਾ, ਉਹਨੇ ਜਿਹੜਾ ਹੈਗਾ ਜਨਮ ਪਦਾਰਥ ਜਿੱਤ ਲਿਆ ਪਾਏ, ਹੀਰੇ ਜੈਸਾ ਜਨਮ ਜਿੱਤ ਗਿਆ ਅਗਲਾ, ਅਮੋਲਕ। ਬਾਕੀ ਜਿਹੜੇ ਹੈਗੇ ਜਾਗਤ ਸੋਇਆ ਜਨਮ ਗਵਾਇਆ, ਕਹਿੰਦੇ ਜਾਗਦੇ ਹੋਏ ਵੀ ਸੁੱਤਾ ਹੋਇਆ ਮਾਇਆ ਦੀ ਨੀਂਦ ਦੇ ਵਿੱਚ ਜਨਮ ਗਵਾ ਲਿਆ ਪਾਏ। ਕਬੀਰ ਜੀ ਕਹਿੰਦੇ ਕਿ ਰਹਿਣ ਗਵਾਈ ਸੋਏ, ਕਹਿ ਦਿਵਸ ਗਵਾਇਆ ਖਾਏ। ਇੱਥੇ ਵੀ ਉਹੀ ਗੱਲ ਕਰ ਰਹੇ ਆ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਪਾਇਆ ਪਰਾਇਆ। ਕੀ ਜਾਗਤ ਕੀ ਸੁੱਤਾ ਸੀਗਾ? ਬਸ ਇਹ ਮਾਲ ਧਨ ਇਕੱਠਾ ਕਰ ਰਿਹਾ ਸੀਗਾ, ਪਦਾਰਥ ਇਕੱਠੇ ਕਰ ਰਿਹਾ ਸੀਗਾ, ਘਰ ਗ੍ਰਸਤੀ ਔਰ ਜਿਹੜਾ ਹੈਗਾ ਮਕਾਨ, ਗੱਡੀਆਂ, ਜੋ ਵੀ ਮਾਲ ਧਨ ਜੋੜਿਆ ਸੀ ਉਹ ਪਰਾਇਆ ਹੋ ਗਿਆ। ਇੱਕ ਸੂਈ ਵੀ ਨਾਲ ਨਹੀਂ ਲੈ ਕੇ ਜਾ ਸਕਿਆ। ਕਹੋ ਕਬੀਰ 23 ਜਨ ਭੂਲੇ, ਖਸਮ ਵਿਸਾਰ ਮਾਟੀ ਸੰਗ ਰੂਲੇ। ਕਹਿੰਦੇ ਭਾਈ ਉਹੀ ਭੁੱਲਦੇ ਆ ਜਿਨ੍ਹਾਂ ਨੇ ਖਸਮ ਨੂੰ ਵਿਸਾਰ ਦਿੱਤਾ ਆ। ਸਾਧ ਸੰਗਤ ਦੇ ਵਿੱਚ ਜਿਨ੍ਹਾਂ ਨੂੰ ਪਰਮੇਸ਼ਰ ਦਾ ਰੰਗ ਨਹੀਂ, ਭਗਤੀ ਰੰਗ ਨਹੀਂ ਚੜਿਆ। ਕਹੋ ਕਬੀਰ 23 ਨਰ ਭੂਲੇ, ਉਹੀ ਇਨਸਾਨ ਭੁੱਲਦੇ ਆ ਭਾਈ। ਨਰ ਲਿਖਿਆ ਇਨਸਾਨ ਦੀ ਜੂਨ ਦੇ ਵਿੱਚ। ਖਸਮ ਵਿਸਾਰ ਮਾਟੀ ਸੰਗ ਰੂਲੇ, ਖਸਮ ਨੂੰ ਵਿਸਾਰ ਦਿੱਤਾ ਔਰ ਮਿੱਟੀ ਦੇ ਵਿੱਚ ਰੋਲ ਦਿੱਤਾ ਉਹਨਾਂ ਨੇ ਆਪਣਾ ਮਨੁੱਖੀ ਜੂਨ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਫੇਰ ਕਹਿ ਰਹੇ ਨੇ ਜਾਗਤ ਸੋਇਆ ਈਤ ਊਤ, ਹਾਂ ਈਤ ਅੰਨ ਜੈਸਾ ਇਹ ਤੁਕ ਰਹੀ ਮੇਰੇ ਕੋਲ। ਹਾਂਜੀ ਈਤ ਊਤ ਜਨ ਸਦਾ ਸੁਹੇਲੇ। ਹਾਂ ਇੱਥੋਂ ਦਾ ਹਲਤ ਤੇ ਪਲਤ ਦੋਨੋਂ ਹੀ ਬੰਦੇ ਦੇ ਸੌਰ ਜਾਂਦੇ ਨੇ। ਜਿਹਦੇ ਜੀਵਨ ਦੇ ਵਿੱਚ ਸੰਗਤ ਮਿਲ ਗਈ ਆ ਤੇ ਉਹਨੂੰ ਹਰੀ ਦਾ ਰੰਗ ਚੜ ਗਿਆ। ਬਿਲਕੁਲ ਇਹ ਬੜੀ ਵੱਡੀ ਗੱਲ ਹੈ ਜੀ, ਬੜੀ ਵੱਡੀ ਘਟਨਾ ਜੀ। ਜੇਕਰ ਕਿਸੇ ਜੀਵ ਦੇ ਅੰਦਰ ਇਹ ਹੋ ਜਾਂਦੀ ਹੈ ਤਾਂ ਬਹੁਤ ਵੱਡੀ ਗੱਲ। ਉਸ ਤੋਂ ਪਹਿਲੇ ਕਹਿ ਰਹੇ ਨੇ ਜਨਮ ਪਦਾਰਥ ਜੀਤ ਅਮੋਲੇ। ਇਸੇ ਜਿਹੜੇ ਮਨੁੱਖ ਜਦੋਂ ਇਹ ਧਰਤੀ ਤੇ ਆਉਂਦੇ ਨੇ, ਉਹ ਫਿਰ ਜੀਵਨ ਦੇ ਵਿੱਚ ਜਿਹੜਾ ਜੀਵਨ ਦਾ ਸਾਰ ਸੀ, ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਸੀ, ਉਹਨੂੰ ਉਹ ਕਰ ਲੈਂਦੇ ਨੇ। ਤੇ ਉਹ ਕੀ ਕਰਦੇ ਨੇ, ਉਹਨਾਂ ਦਾ ਜੀਵਨ ਧਰਤੀ ਤੇ ਆਇਆ ਸਫਲ ਹੋ ਗਿਆ। ਬਿਲਕੁਲ ਅਮੋਲਕ ਕਿਹਾ ਹੋਤਾ, ਅਮੋਲਕ ਹੈ, ਜਿੱਤ ਗਏ ਭਾਈ। ਉਹ ਅਮੋਲਕ ਚੀਜ਼ ਲੈ ਲਈ ਉਹਨਾਂ ਨੇ, ਬਹੁਤ ਕੀਮਤੀ ਚੀਜ਼ ਨਾਲ ਪ੍ਰਾਪਤ ਕਰ ਲਈ ਆ, ਜਿਹੜੀ ਕੋਈ ਕਰਦਾ ਹੀ ਨਹੀਂ। ਹਾਂ ਉਹਦੇ ਵਿੱਚ ਇਹ ਥੋੜੀ ਕਿਤੇ ਕਿ ਕਰੋੜਾਂ ਲੋਕ ਪ੍ਰਾਪਤ ਕਰ ਰਹੇ ਨੇ। ਕਹਿੰਦੇ ਟਾਵਾਂ ਹੈ, ਕੋਈ ਕੋਟਨ ਮੇਕ। ਬਿਲਕੁਲ ਜੇ ਕੋਈ ਕਰਦਾ ਹੈ ਤਾਂ ਕਹਿੰਦੇ ਬਹੁਤ ਵੱਡੀ ਗੱਲ। ਠੀਕ ਹੈ ਜੀ। ਫਿਰ ਅਗਲੀ ਤੁਕ ਬੋਲਣੇ ਜਿਵੇਂ ਜਾਗਤ ਸੋਏ ਜਨਮ ਗਵਾਏ। ਜਾਗਤ ਸੋਇਆ ਜਨਮ ਗਵਾਇਆ। ਜਿਹੜਾ ਜਾਗਦੇ ਹੋਏ ਵੀ ਸੁੱਤਾ ਆ ਮਾਇਆ ਦੀ ਨੀਂਦ ਦੇ ਵਿੱਚ, ਉਹਨੇ ਤਾਂ ਜਨਮ ਗਵਾ ਲਿਆ, ਮਨੁੱਖੀ ਜੀਵਨ ਗਵਾ ਲਈ। ਕਾਹਦੇ ਵਾਸਤੇ? ਕੀ ਕੀਤਾ ਉਹਨੇ? ਕੀ ਖੱਟੀ ਕੀਤੀ ਹੈ? ਕਿੱਥੇ ਸਵਾਸ ਲਗਾਇਆ? ਮਾਲ ਧਨ ਜੋੜਿਆ ਪਾਇਆ ਪਰਾਇਆ। ਮਾਲ ਧਨ ਜੋੜਿਆ ਸੀਗਾ, ਮੈਟਰ ਪੰਜਾਂ ਤੱਤਾਂ ਦਾ, ਕਿ ਉਹ ਪਰਾਇਆ ਹੋ ਗਿਆ। ਕਹਿੰਦੇ ਉਹ ਤਾਂ ਉਹਦੇ ਨਾਲ ਨਹੀਂ ਗਿਆ। ਕਹੋ ਕਬੀਰ 23 ਨਰ ਭੂਲੇ। ਕਹਿੰਦੇ ਉਹੀ ਭੁੱਲਦੇ ਆ ਪਾਏ ਜਿਨ੍ਹਾਂ ਨੇ ਮਾਲਕ ਦੀ ਬੰਦਗੀ ਜਿਹੜੀ ਹੈਗੀ ਛੱਡ ਦਿੱਤੀ, ਮਾਲਕ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਆਪਣੇ ਸਕੈਡਿਊਲ ਦੇ ਵਿੱਚ ਨਹੀਂ ਲੈ ਕੇ ਆਇਆ। ਜਿਹੜਾ ਵੀ ਇਨਸਾਨ ਉਹ ਮਿੱਟੀ ਦੇ ਵਿੱਚ ਰੁਲ ਗਿਆ ਪਾਏ। ਮਨੁੱਖੀ ਜੂਨ ਉਹਦੀ ਖਤਮ ਹੋ ਗਈ। ਪਰਮਾਤਮਾ ਆਪਣੇ ਨਾਲ ਹਰ ਟਾਈਮ ਨਾਲ ਰੱਖਣਾ ਹੈ। ਮਾਲਕ ਪਰਮਾਤਮਾ ਨੂੰ, ਮਾਲਕ ਨਾਲ ਆ। ਆਪਾਂ ਨੇ ਉਹਨੂੰ, ਮਾਲਕ ਨੂੰ ਹਮੇਸ਼ਾ ਆਪਣੇ ਆਪ ਨੂੰ ਇਕੱਲਾ ਕਦੀ ਵੀ ਨਹੀਂ ਸਮਝਣਾ। ਹਮੇਸ਼ਾ ਸਮਝਣਾ ਮਾਲਕ ਨਾਲ ਹੈ ਮੇਰੇ। ਮਾਲਕ ਨੂੰ ਨਾਲ ਲੈ ਕੇ ਜਿਹੜਾ ਜੋ ਕੁਛ ਵੀ ਕਰਨਾ ਹੈ, ਜੋ ਕੁਛ ਵੀ ਕਰ ਰਹੇ, ਮਾਲਕ ਨੂੰ ਨਾਲ ਲੈ ਕੇ ਕਰ ਰਹੇ ਆਪਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਨਮ ਪਦਾਰਥ ਜੀਤ ਅਮੋਲੇ, ਜਾਗਤ ਸੋਏ ਜਨਮ ਗਵਾਇਆ। ਹੁਣ ਦੇਖੋ, ਜਾਗਤ ਬੰਦਾ ਜਾਗਦਾ ਵੀ ਸੁੱਤਾ ਵਾ ਵਿਚਾਰਾਂ ਦੇ ਵਿੱਚ। ਬਿਲਕੁਲ ਹੋਸ਼ ਨਹੀਂ ਹੈਗੀ। ਇਹ ਜਿਹੜਾ ਬੰਦਾ ਬਾਹਰ ਤੁਰਿਆ ਫਿਰਦਾ ਨਾ, ਇਹ ਬਾਜ਼ਾਰਾਂ 'ਚ, ਘਰਾਂ 'ਚ, ਇਹ ਸਭ ਸੁੱਤੇ ਨੇ ਅੰਦਰੋਂ, ਬੇਹੋਸ਼ ਨੇ। ਬਿਲਕੁਲ ਬੇਹੋਸ਼ ਆ।
ਕਿਉਂਕਿ ਜਾਗਰਤ ਤੇ ਬੰਦਾ ਉਹ ਹੈ ਜਿਹਦੀ ਸੁਰਤੀ ਵਰਤਮਾਨ ਕਾਲ ਚ ਆ ਚੁੱਕੀ ਹੈ। ਹਾਂ ਬਾਕੀ ਸਭ ਸੁੱਤੇ ਆ। ਬਿਲਕੁਲ, ਬਾਕੀ ਸਾਰੇ ਸੁੱਤੇ ਪਏ ਆ ਭਾਈ। ਹਾਂ, ਜਾਂ ਤਾਂ ਕੋਈ ਅੱਗੇ ਤੇ ਜਾਂ ਕੋਈ ਪਿੱਛੇ ਆ। ਇੱਥੇ ਤੇ ਨਹੀਂ, ਵਰਤਮਾਨ ਚ ਨਹੀਂ ਕੋਈ ਹੈਗਾ। ਵਰਤਮਾਨ ਚ ਬ੍ਰਹਮ ਗਿਆਨੀ ਆ ਇਕੱਲਾ, ਠੀਕ ਹੈ। ਇਸ ਲਈ ਉਹ ਕਹਿ ਰਹੇ ਨੇ, ਸਾਰਿਆਂ ਨੂੰ ਸਮਝਾ ਰਹੇ ਨੇ, ਜਾਗਤ ਸੋਏ। ਜਾਗਦਾ ਵੀ ਸੁੱਤਾ ਹੈ, ਬੇਹੋਸ਼ ਦੇ ਵਿੱਚ ਬੈਠਾ ਹੈ, ਸੁਪਨੇ ਵੇਖੀ ਜਾਂਦਾ ਹੈ ਮੀਆਂ ਮਿੱਠੂ ਵਾਂਗੂ। ਹੁਣ ਉਹਨੇ ਸਿਰ ਤੇ ਆਂਡੇ ਦਾ ਟੋਕਰਾ ਚੁੱਕਿਆ ਵਾ। ਅਸਲ ਚ ਤੇ ਆਂਡੇ ਦੇ ਸਿਰ ਤੇ ਚੁੱਕੇ ਨੇ, ਪਰ ਬੇਹੋਸ਼ ਇਸ ਕਰਕੇ ਹੈ ਕਿਉਂਕਿ ਉਹ ਆਂਡਿਆਂ ਦੇ ਵਿੱਚ ਮੁਰਗੀਆਂ ਦੇ ਬੱਚੇ ਕੱਢ ਰਿਹਾ, ਪੋਲਟਰੀ ਫਾਰਮ ਬਣਾ ਰਿਹਾ, ਇਸ ਕਰਕੇ ਬੇਹੋਸ਼ ਹੈ। ਇਸ ਲਈ ਉਹ ਕਹਿੰਦੇ ਜਾਗਤ ਸੋਏ ਜਨਮ ਗਵਾਇਆ। ਸਾਰੀ ਜ਼ਿੰਦਗੀ ਤੂੰ ਗਵਾ ਲਈ ਆਪਣੀ, ਸੁੱਤਾ ਹੀ ਰਹਿ ਗਿਆ ਤੂੰ, ਪਰ ਕਦੇ ਕੋਸ਼ਿਸ਼ ਨਹੀਂ ਕੀਤੀ ਇਹ ਨੀਂਦ ਨੂੰ ਤੋੜ ਲਵਾਂ। ਕਿਉਂਕਿ ਜਦੋਂ ਤੂੰ ਹੋਸ਼ ਚ ਆ ਗਿਆ ਨਾ, ਤੈਨੂੰ ਆਪੇ ਗਿਆਨ ਹੋ ਜਾਣਾ ਤੂੰ ਕੀ ਕਰਨਾ ਜਾਂ ਕੀ ਨਹੀਂ ਕਰਨਾ। ਕਹਿੰਦੇ ਮਾਲ ਧਨ ਜੋੜਿਆ ਭਇਆ ਪਰਾਇਆ। ਹੁਣ ਜਿਹੜਾ ਸੁੱਤਿਆ ਤੂੰ ਆਪਣਾ ਜੀਵਨ ਬਰਬਾਦ ਕਰ ਲਿਆ, ਫਿਰ ਜੇ ਤੂੰ ਜੋੜਿਆ ਵੀ ਆ ਉਹ ਵੀ ਪਰਾਇਆ ਹੋ ਜਾਣਾ। ਕੁਛ ਚਿਰ ਤੋਂ ਜੀਣੇ ਖੋਹ ਲੈਣਾ ਵਾ, ਕੁਛ ਚਿਰ ਤੋਂ ਮਰਨ ਤੋਂ ਬਾਅਦ ਖੋਹ ਲੈਣਾ। ਮੁੜ ਕੇ ਲੜਾਈਆਂ ਝਗੜੇ ਹੋਣੇ ਤੇਰੀਆਂ ਉਸੇ ਪੈਲੀ ਦੇ ਕਰਕੇ, ਲੋਕਾਂ ਨੇ ਲੜ ਕੇ ਮਰਨਾ। ਕੁਦਰਤੀ ਨਿਯਮ ਹੈ। ਬਿਲਕੁਲ, ਪਹਿਲੇ ਦਿਨ ਤੋਂ ਹੀ ਲੋਕ ਏਦਾਂ ਹੀ ਵੇਖੋ ਕਿੱਦਾਂ ਚਾਵਾਂ ਨਾਲ ਬਾਪੂ ਪੈਲੀ ਜੋੜਦਾ ਰਹਿੰਦਾ, ਮੁੜ ਕੇ ਇੱਕ ਦੂਜੇ ਲਈ ਡਾਂਗਾ ਕੱਢੀ ਫਿਰਦੇ ਉਸੇ ਪੈਲੀ ਲਈ। ਮੈਨੂੰ ਮਾੜੀ ਮਿਲ ਗਈ, ਮੈਨੂੰ ਚੰਗੀ ਮਿਲ ਗਈ। ਉਹ ਬਾਬਾ ਔਖਾ ਕੰਮ ਹੈ। ਵੈਸੇ ਮੁੜ ਕੇ ਬਹੁਤ ਕਲੇ ਪੈਂਦੀ, ਫਿਰ ਭਰਾ ਇੱਕ ਦੂਜੇ ਨੂੰ ਕਾਉਂਦੇ ਨਹੀਂ, ਬੁਲਾਉਂਦੇ ਨਹੀਂ, ਭੈਣਾਂ ਵੀ ਨਹੀਂ ਬੁਲਾਉਂਦੀਆਂ ਕਿਉਂਕਿ ਉਹ ਵਿੱਚ ਪ੍ਰੋਪਰਟੀ ਆ ਗਈ ਹੈ। ਬਿਲਕੁਲ ਸਹੀ ਗੱਲ। ਰਿਸ਼ਤੇਦਾਰੀ ਕਿਹੜੀ ਰਹਿ ਗਈ? ਰਿਸ਼ਤੇਦਾਰੀਆਂ ਗਈਆਂ। ਉਹ ਕਹਿੰਦੇ ਭਾਊ ਪਹਿਲਾਂ ਪੈਸੇ ਕੱਢੋ ਸਾਨੂੰ ਤੋਂ, ਬਾਕੀ ਗੱਲਾਂ ਬਾਅਦ ਚ ਕਰਦੇ ਆ। ਤੇਰੇ ਰਿਸ਼ਤੇਦਾਰੀ ਦੇ ਨਾਲ ਗੱਲ ਢਿੱਡ ਨਹੀਂ ਸਾਡਾ ਭਰਨਾ। ਇਹ ਵੀ ਇੱਕ ਵਧੀਆ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਹੈਗਾ, ਵੱਡਾ ਹਿੱਸਾ ਹੈ। ਹੁਣ ਕਹਿੰਦੇ ਆ ਕਿ ਕਹੋ ਕਬੀਰ ਤੇਰੀ ਨਾ ਨਰ ਭੁੱਲੇ। ਹੁਣ ਕਹਿੰਦੇ ਕਿ ਉਹ ਨਰ ਭੁੱਲੇ ਆ ਜਿਨ੍ਹਾਂ ਦੀ ਜ਼ਿੰਦਗੀ ਚ ਪ੍ਰਮਾਤਮਾ ਹੀ ਨਹੀਂ ਹੈਗਾ। ਬਿਲਕੁਲ, ਬੰਦਾ ਭੁੱਲਿਆ। ਇਹ ਨਾ ਸੋਚੋ ਕਿ ਜਿਹੜਾ ਪ੍ਰਮਾਤਮਾ ਨੂੰ ਭੁੱਲ ਕੇ ਬੈਠਾ ਹੈ ਉਹ ਨਹੀਂ, ਜਿਹਨੂੰ ਪਤਾ ਹੀ ਨਹੀਂ ਪ੍ਰਮਾਤਮਾ ਦੇ ਬਾਰੇ, ਜਿਹੜਾ ਪੈਸੇ ਨੂੰ ਹੀ ਸੱਚਾ ਸਮਝ ਕੇ ਬਹਿ ਗਿਆ, ਉਹ ਵੀ ਐਰਾ ਬੰਦਾ ਗੁਰਦੁਆਰੇ ਵੀ ਤੁਰਿਆ ਫਿਰਦਾ, ਮੱਥਾ ਟੇਕਦਾ, ਇਹ ਵੀ ਭੁੱਲਿਆ ਵਾ। ਬਿਲਕੁਲ ਭੁੱਲਿਆ ਹੋਇਆ ਜੀ ਗੋਰਖੀ ਸਾਹਿਬ, ਬਿਲਕੁਲ ਭੁੱਲਿਆ ਹੋਇਆ ਜਿਹੜਾ। ਕਿਤੇ ਨਾ ਸੋਚੇ ਕਿ ਇੱਥੇ ਦੀਵਾ ਜਗਾਇਆ ਤੇ ਪਾਠ ਪੜ੍ਹਨ ਵਾਲਾ ਵੀ ਇਹ ਬੜਾ ਪਰਮਾਤਮਾ ਦਾ ਬੜਾ ਕਰੀਬ ਬੈਠਾ ਵਾ, ਇਹ ਵੀ ਭੁੱਲ ਕੇ ਬੈਠਾ ਵਾ। ਕਿਉਂਕਿ ਇਹ ਵੀ ਇਹਦੀ ਭਗਤੀ ਤਾਮਸਿਕ ਭਗਤੀ ਹੈ। ਇਹ ਵੀ ਕੁਝ ਚਾਹੁੰਦਾ, ਬਿਲਕੁਲ। ਇਹ ਪ੍ਰਮਾਤਮਾ ਨੂੰ ਤੇ ਚਾਹੁੰਦਾ ਕੋਈ ਨਾ। ਇਹ ਇੱਥੇ ਭੁੱਲੇ ਦਾ ਮਤਲਬ ਕਾਫੀ ਜ਼ਿਆਦਾ ਲੋਕ ਆ ਜਾਂਦੇ ਜੇਰ ਚ। ਬਿਲਕੁਲ ਭੁੱਲ। ਦੇਖੋ ਗੋਰਖੀ ਸਾਹਿਬ, ਆਪਣਾ ਇਹ ਰਿਸ਼ਤੇਦਾਰ, ਕੋਈ ਰਿਸ਼ਤੇਦਾਰ ਹੈ ਆਪਣਾ, ਜੇ ਆਪਾਂ ਨੂੰ ਰਿਸ਼ਤੇਦਾਰ ਨੂੰ ਆਪਣੀ ਯਾਦ ਦੇ ਵਿੱਚ ਹੈਗਾ, ਰਿਸ਼ਤੇਦਾਰ ਜਿਹੜਾ ਹੈਗਾ ਆਪਣੇ ਵਿਵਹਾਰ ਦੇ ਵਿੱਚ ਰਿਸ਼ਤੇਦਾਰ ਹੈਗਾ, ਤਾਂ ਉਹ ਰਿਸ਼ਤੇਦਾਰ ਆ। ਜੇ ਹੁਣ ਰਿਸ਼ਤੇਦਾਰ ਜਿਹੜਾ ਹੈਗਾ ਉਹਨੂੰ, ਉਹ ਕੋਈ ਦੂਰ ਦਾ ਰਿਸ਼ਤੇਦਾਰ ਹੈ, ਭਾਵੇਂ ਨੇੜੇ ਦਾ ਰਿਸ਼ਤੇਦਾਰ ਆ, ਜੇ ਆਪਾਂ ਨੇ ਉਹਦੇ ਨਾਲ ਕੋਈ ਕੰਟੈਕਟ ਹੀ ਹੈ ਨਹੀਂਗਾ ਤੇ ਉਹ ਤਾਂ ਭੁੱਲਿਆ ਹੀ ਆ ਫਿਰ ਆਪਾਂ ਨੂੰ। ਜਿਹਦਾ ਤੁਹਾਨੂੰ ਕੋਈ ਫੋਨ ਨਹੀਂ ਆਉਂਦਾ, ਨਾ ਤੁਸੀਂ ਫੋਨ ਕਰੋ, ਨਾ ਉਹ ਤੁਹਾਨੂੰ ਫੋਨ ਕਰੇ, ਨਾ ਗੱਲ ਨਾ ਬਾਤ, 25 40 50 ਸਾਲ ਲੰਘ ਗਿਆ ਤੇ ਉਹ ਫਿਰ ਭੁੱਲਿਆ ਹੀ ਆ। ਹਾਂ, ਭਾਵੇਂ ਮੁੰਡਾ ਹੀ ਹੋਏ, ਭਾਵੇਂ ਕੁੜੀ ਹੋਏ, ਢਿੱਡ ਦੀ ਜਾਈ ਹੋਏ, ਭਾਵੇਂ। ਹਾਂ, ਰਿਸ਼ਤੇਦਾਰੀ ਦੀ ਕਿਹੜੀ ਗੱਲ ਹੈ। ਹੁਣ ਇੱਕ ਬਜ਼ੁਰਗ ਹੀ ਇੱਥੇ, ਮੈਂ ਹੁਣੇ ਸਵੇਰੇ ਗਿਆ ਤੇ ਮਿਲੇ ਤੇ ਕਹਿੰਦਾ ਮੇਰਾ ਮੁੰਡਾ ਜਿਹੜਾ ਵਾ ਇੰਗਲੈਂਡ ਰਹਿੰਦਾ। ਤੇ ਮੈਂ ਪਾਪਾ ਤੂੰ ਇੱਥੇ ਬੈਠਾ? ਕਹਿੰਦਾ ਹਾਂ ਮੇਰਾ ਮੁੰਡਾ ਇੰਗਲੈਂਡ ਰਹਿੰਦਾ ਵਾ। ਤੇ ਮੈਂ ਤੂੰ ਕੋਲ ਨਹੀਂ ਚੱਲ ਜਾਂਦਾ? ਨਹੀਂ ਮੈਂ ਇੱਥੇ ਠੀਕ ਹੈ। ਮੈਂ ਤੇ ਉਹ ਤੇ ਸਾਨੂੰ ਪਤਾ ਤੂੰ ਠੀਕ ਹੈ, ਇੱਥੇ ਇਕੱਲਾ ਕੀ ਕਰਦਾ? ਨਾ ਤੇਰੀ ਘਰ ਦੀ ਨਾ ਗੱਲ ਨਾ ਬਾਤ, ਨਾ ਇੱਥੇ ਕਰਨਾ ਕੀ ਹੈ? ਤੂੰ ਰਿਟਾਇਰ ਬੰਦਾ। ਬਸ ਉਹ ਭੁੱਲ ਹੀ ਗਿਆ ਅਗਲਾ ਬਾਹਰ ਜਾ ਕੇ। ਕਦੋਂ ਕੁ ਤੱਕ ਗਿਆ? ਏਦਾਂ ਦੁਨੀਆ ਭੁੱਲ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਕਿ ਤੁਸੀਂ ਪ੍ਰਮਾਤਮਾ ਨੂੰ ਭੁੱਲੇ ਜੋ। ਕਹਿਣ ਤੋਂ ਭਾਵ ਕਿ ਜੇ ਤੁਹਾਡੀ ਜ਼ਿੰਦਗੀ ਚ ਇਮਾਨਦਾਰੀ ਨਹੀਂ, ਧਰਮ ਨਹੀਂ ਹੈਗੀ, ਸੱਚਾਈ ਨਹੀਂ ਹੈਗੀ, ਵਫਾਦਾਰੀ ਨਹੀਂ ਹੈਗੀ, ਇਮਾਨਦਾਰੀ ਨਹੀਂ ਹੈਗੀ, ਤੇ ਫਿਰ ਤੁਸੀਂ ਸਮਝ ਲਓ ਕਿ ਤੁਸੀਂ ਪ੍ਰਮਾਤਮਾ ਨੂੰ ਭੁੱਲ ਕੇ ਬੈਠੇ ਜੋ। ਇਹ ਵੱਡਾ ਮੀਨਿੰਗ ਇਹਦਾ ਇਹ ਆ ਮਤਲਬ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਭਗਤੀ ਨਹੀਂ ਕਰਨ ਦੇ ਤੇ ਪ੍ਰਮਾਤਮਾ ਨੂੰ ਭੁੱਲੇ ਜੋ। ਕਹਿਣ ਤੋਂ ਭਾਵ ਹੈ ਕਿ ਜੇ ਤੁਹਾਡੇ ਜੀਵਨ ਚ ਧਰਮ ਰੂਪੀ ਕੋਈ ਚੀਜ਼ ਨਹੀਂ ਹੈਗੀ, ਸਹੀ ਤੇ ਗਲਤ ਦਾ ਤੁਹਾਨੂੰ ਪਤਾ ਨਹੀਂ, ਫਿਰ ਤੁਸੀਂ ਰੱਬ ਨੂੰ ਭੁੱਲੇ ਜੋ, ਭਾਵੇਂ ਤੁਸੀਂ ਗੁਰਦੁਆਰੇ ਵਿੱਚ ਬੈਠੇ ਹੋ। ਰੱਬ ਭਾਵੇਂ ਆਪਣੇ ਸਾਈਡ ਦੇ ਉੱਤੇ ਹੈਗਾ ਗੋਰਖੀ ਸਾਹਿਬ, ਜੇ ਆਪਾਂ ਰੱਬ ਦਾ ਹੁਕਮ ਨਹੀਂ ਮੰਨ ਰਹੇ, ਉਹਦੇ ਅਨੁਸਾਰ ਨਹੀਂ ਚੱਲ ਰਹੇ, ਤੇ ਆਪਾਂ ਭੁੱਲੇ ਹੀ ਬੈਠੇ ਆ। ਹਾਂ, ਇਹ ਲੋਕ ਸਾਰੇ ਭੁੱਲੇ ਨੇ। ਖਾਸ ਕਰਕੇ ਜਿਹੜੇ ਲੋਕ ਕਹਿੰਦੇ ਨਾ ਕਿ ਅਸੀਂ ਧਾਰਮਿਕ ਹੈਗੇ ਆ, ਉਹ ਤੇ ਬਿਲਕੁਲ ਭੁੱਲੇ ਪਏ ਜੋ। ਜੇ ਕੋਈ ਧਾਰਮਿਕ ਹੋਵੇ ਤੇ ਉਹਨੂੰ ਤੇ ਡਰ ਹੋਣਾ ਚਾਹੀਦਾ, ਪਰਮਾਤਮਾ ਦਾ ਭੈ ਹੋਣਾ ਚਾਹੀਦਾ ਉਹਨੂੰ। ਬਿਲਕੁਲ। ਤੇ ਤੁਸੀਂ ਇਹਨਾਂ ਨੂੰ ਵੇਖੋ ਕਿਹਨੂੰ ਭੈ ਹੈਗਾ। ਉਹ ਕਹਿੰਦੇ ਅਸੀਂ ਤੇ ਖੁਦ ਰੱਬ ਹੈਗੇ ਆ। ਅਸੀਂ ਤੇ ਖੁਦ ਆਪਣੇ ਆਪ ਚ ਰੱਬ ਬਣ ਕੇ ਬੈਠੇ ਨੇ ਲੋਕ।
ਕਿ ਸਾਡੇ ਕਹੇ ਤੇ ਵੇਖੋ ਕਿੰਨੀ ਦੁਨੀਆ ਬੈਠੀ ਆ ਸਾਡੀਆਂ ਗੱਲਾਂ ਸੁਣਨ ਵਾਸਤੇ, ਸਾਡੇ ਕੋਲ ਆਉਂਦੇ ਨੇ ਲੋਕ, ਲੱਖਾਂ ਲੋਕ। ਤੇ ਉਹ ਫਿਰ ਬੰਦੇ ਦੇ ਅੰਦਰ ਇੱਕ ਬਣ ਜਾਂਦਾ, ਵਹਿਮ ਪੈ ਜਾਂਦਾ ਹੈ ਕਿ ਮੇਰੇ ਅੰਦਰ ਕੋਈ ਸ਼ਕਤੀ ਹੈਗੀ ਆ, ਪਰ ਉਹਨੂੰ ਪਤਾ ਹੀ ਨਹੀਂ ਕਿ ਤੂੰ ਤਾਂ ਬਹੁਤ ਗਰੀਬ ਹੈਗਾ, ਤੂੰ ਕੋਈ ਚੰਗਾ ਇਨਸਾਨ ਨਹੀਂ ਹੈਗਾ, ਕਿਉਂਕਿ ਕਿੰਨੀ ਭੀੜ ਪਿੱਛੇ ਲਾ ਲਈ ਆ ਕਿ ਵਿਚਾਰਿਆਂ ਨੂੰ ਸਾਰਿਆਂ ਨੂੰ ਪਤਾ ਨਹੀਂ ਕਿੱਧਰ ਲਈ ਜਾ ਰਹੇ ਆ। ਤੇਰਾ ਤੇ ਆਪਣਾ ਜਿਹੜਾ ਭਵਿੱਖ ਉਹ ਹਨੇਰੇ ਵਿੱਚ ਆ, ਤੇ ਇਹਨਾਂ ਨੂੰ ਕਿੱਥੇ ਲੈ ਕੇ ਜਾਏਗਾ। ਤੇ ਉਹ ਇੱਕ ਮੇਰੇ ਵੀਰ ਜੀ ਕਹਿੰਦਾ ਕਿ ਨਹੀਂ ਵੀਰ ਜੀ ਬੜਾ ਭਲਾ ਹੋ ਰਿਹਾ ਵਾ, ਲੋਕਾਂ ਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਂਦੀਆਂ ਨੇ। ਤੇ ਮੈਂ ਜਿਹੜੀ ਚੀਜ਼ ਤੁਹਾਡੇ ਕੋਲ, ਬੱਕਰੀ ਕੋਲ ਦੁੱਧ ਹੀ ਨਹੀਂ ਹੈਗਾ, ਗਾਂ ਕੋਲ ਦੁੱਧ ਨਹੀਂ ਹੈਗਾ, ਉਹ ਦੂਜਿਆਂ ਨੂੰ ਕਿੱਥੋਂ ਦੁੱਧ ਦਊਗੀ। ਕਹਿੰਦੇ ਚੰਗੀਆਂ ਗੱਲਾਂ ਸਿਖਾਉਂਦੇ ਪਏ ਨੇ ਲੋਕੀ, ਤਾਂ ਮਾੜੀਆਂ ਚੀਜ਼ਾਂ ਦਾ ਤਿਆਗ ਕਰਤਾ। ਮੈਂ ਭਾਜੀ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਦੂਜਿਆਂ ਨੂੰ ਕਿੱਥੋਂ ਦੇ ਸਕਦੇ ਜੀ, ਦੱਸੋ ਮੈਨੂੰ। ਕਹਿੰਦੇ ਇਮਾਨਦਾਰੀ ਸਿਖਾਉਂਦੇ। ਮੈਂ ਜਦੋਂ ਇਮਾਨਦਾਰੀ ਹੈਗੀ ਹੈ ਨਾ ਕਿ ਜਿਹਨਾਂ ਕੋਲ ਖੁਦ ਕੋ ਨਹੀਂ ਹੈਗੀ ਤੇ ਉਹ ਗਾਂ ਕਿੱਥੋਂ ਦੇ ਦੇਣਗੇ। ਇਸ ਕਰਕੇ ਬਾਣੀ ਦੇ ਵਿੱਚ ਖਾਸ ਕਰਕੇ ਚੀਜ਼ ਨੂੰ ਬਹੁਤ ਧਿਆਨ ਰੱਖਣਾ। ਠੀਕ ਹੈ ਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਅਗਲਾ ਸ਼ਬਦ ਆ ਗਿਆ ਜੀ, ਸੂਹੀ ਕਬੀਰ ਜੀ ਉਹ ਲਲਿਤ ਥਾਕੇ ਨੈਣ। ਲਲਿਤ ਜਿਹੜਾ ਹੈਗਾ ਨਾ ਇੱਕ ਰਾਗ ਹੈਗਾ, ਸੂਹੀ ਰਾਗ ਦੀ ਬ੍ਰਾਂਚ ਦੇ ਵਿੱਚ, ਇਸ ਕਰਕੇ ਲਲਿਤ ਲਿਖਿਆ ਹੋਇਆ। ਥਾਕੇ ਨੈਣ ਸਰਵਣ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਕਹਿੰਦੇ ਅੱਖਾਂ ਵੀ ਥੱਕ ਗਈਆਂ ਭਾਈ, ਬਿਲਕੁਲ ਅੱਖਾਂ ਤੋਂ ਵੀ ਦਿਸਦਾ ਨਹੀਂ ਆ ਹੁਣ, ਕੰਨ ਵੀ ਨਹੀਂ ਸੁਣਦੇ ਹੁਣ। ਆਹ ਸੁੰਦਰ ਕਾਇਆ ਜਿਹੜੀ ਇਹ ਵੀ ਢਲਕ ਗਈ ਹੈ ਭਾਈ। ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ, ਕੀ ਕੀਤਾ ਜਰਾ ਨੇ, ਬੜੇਪੇ ਨੇ ਹਾਕ ਮਾਰ ਲਈ। ਸਭ ਮੱਤ ਥਾਕੀ, ਸਾਰੀ ਮੱਤ ਹੀ ਥੱਕ ਗਈ, ਦਿਮਾਗ ਵੀ ਨਹੀਂ ਹੁਣ ਸੋਚਦਾ ਵਧੀਆ, ਦਿਮਾਗ ਦੇ ਵਿੱਚ ਵੀ ਉਹ ਐਲਜ਼ਾਈਮਰ ਔਰ ਜਿਹੜਾ ਹੈਗਾ ਉਹ ਆ ਗਿਆ ਸਾਰਾ ਕੁਛ। ਜਰਾ ਹਾਕ ਦੀ ਸਭ ਮੱਤ ਥਾਕੀ, ਏਕ ਨਾ ਥਾਕ ਸਮਾਇਆ। ਪਰ ਇੱਕ ਚੀਜ਼ ਨਹੀਂ ਥੱਕੀ ਹਾਲੇ, ਮਾਇਆ ਜਿਹੜੀ ਨਹੀਂ ਥੱਕੀ ਪਾਈ। ਮਾਇਆ ਜ਼ਰੂਰ ਚਾਹੀਦੀ ਆ, ਪਦਾਰਥ ਜ਼ਰੂਰ ਚਾਹੀਦੇ ਆ। ਘਰ ਗ੍ਰਸਤੀ ਜਿਹੜੀ ਹੈਗੀ ਉਹਦੇ ਵਿੱਚ ਜਿਹੜੀ ਹੈ ਸੁਰਤ ਪੂਰੀ ਦੀ ਪੂਰੀ ਐਕਟਿਵ ਹੈਗੀ ਆ। ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ। ਬਾਵਰਿਆ ਕੋਈ ਤੂੰ ਵਿਵੇਕ ਬੁੱਧੀ ਨਹੀਂ ਹੈਗੀ ਤੇਰੇ ਕੋਲ, ਕੋਈ ਗਿਆਨ ਨਹੀਂ ਲਿਆ ਤੂੰ ਗੁਰੂ ਦਾ, ਗੁਰਮਤ ਨਹੀਂ ਲਈ, ਬ੍ਰਹਮ ਗਿਆਨੀਆਂ ਦਾ ਕੋਈ ਗਿਆਨ ਨਹੀਂ ਹੈਗਾ ਤੇਰੇ ਕੋਲ, ਕੋਈ ਵਿਚਾਰ ਹੈ ਨਹੀਂ ਕਿ ਤੇਰੀ ਸੋਚ ਕੁਛ ਉਹਦੀ ਗਿਆਨ ਦੀ। ਬਿਰਥਾ ਜਨਮ ਗਵਾਇਆ, ਐਵੇਂ ਹੀ ਤੂੰ ਜਿਹੜਾ ਹੈਗਾ ਆਪਣਾ ਜਨਮ ਗਵਾ ਦਿੱਤਾ। ਆ ਦੇਖੋ ਭਾਈ, ਕਈ ਕਹਿੰਦੇ ਆ ਜੀ ਬਈ ਬਸ ਜੀ ਗਿਆਨ ਦੀ ਕੀ ਲੋੜ ਹੈਗੀ ਆ, ਬਸ ਇੱਕ ਅੱਖਰ ਜਿਹੜਾ ਹੈਗਾ ਆ ਜੇ, ਪਰਮਾਤਮਾ ਦੀ ਬੰਦਗੀ ਆ ਜੇ ਭਾਈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਵਾਹ ਜੀ ਵਾਹ। ਆ ਕਬੀਰ ਜੀ ਕੀ ਕਹਿ ਰਹੇ ਆ, ਬਾਣੀ ਦੇ ਕਿਸ ਤਰ੍ਹਾਂ ਅਰਥ ਜਿਹੜੇ ਆਪਣੇ ਹਿਸਾਬ ਦੇ ਨਾਲ ਲਗਾ ਰਹਿੰਦੇ ਆ। ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ। ਪੜ੍ਹਿਆ ਜਿਹੜਾ ਨਹੀਂ ਪੜ੍ਹਿਆ, ਜਿਹਨੂੰ ਨਹੀਂ ਆਉਂਦਾ, ਘੱਟ ਤੋਂ ਘੱਟ ਸੁਣ ਤਾਂ ਸਕਦਾ ਹੈ, ਐਵੇਂ ਜਿਹੜਾ ਹੈਗਾ ਉਹ ਵਿਚਾਰ ਤਾਂ ਸੁਣ ਸਕਦਾ, ਸੰਗਤ ਦੇ ਵਿੱਚ ਜਾ ਕੇ ਵਿਚਾਰ ਸੁਣ ਸਕਦਾ ਹੈ। ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਕਹਿੰਦੇ ਆਪਣਾ ਜਨਮ ਬਿਰਥਾ ਹੀ ਗਵਾ ਦਿੱਤਾ ਤੂੰ ਯਾਰ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਥਾਕੇ ਨੈਣ ਸਰਵਣ ਸੁਨ ਥਾਕੇ। ਨੈਣ ਵੀ ਥੱਕ ਗਏ, ਅੱਖਾਂ 'ਚੋਂ ਬਰਾਬਰ ਦਿਸਦਾ ਵੀ ਨਹੀਂ ਹੈਗਾ ਤੇ ਕੰਨਾਂ 'ਚ ਸੁਣਦਾ ਵੀ ਨਹੀਂ ਆ, ਤੇ ਸਰੀਰ ਕਾਇਆ ਜਿਹੜਾ ਇਹ ਵੀ ਥੱਕ ਗਿਆ ਭਾਈ, ਇਹ ਵੀ ਬੁੱਢਾ ਹੋ ਗਿਆ। ਜਰਾ ਹਾਕ ਦੀ, ਜਰਾ ਨੇ ਹਾਕ ਮਾਰਤੀ, ਸਭ ਮੱਤ ਥਾਕੀ, ਸਾਰੀ ਮੱਤ ਹੀ ਥੱਕ ਗਈ। ਏਕ ਨਾ ਥਾਕ ਸਮਾਇਆ, ਮਾਇਆ ਦੀ ਖਿੱਚ ਨਹੀਂ ਥੱਕੀ ਪਾਈ। ਹਾਂਜੀ ਵੀਰ ਜੀ। ਆਓ ਕਹਿੰਦੇ ਆ ਕਿ ਤੇਰੀਆਂ ਇੰਦਰੀਆਂ ਜਿਹੜੀਆਂ ਉਹ ਸਾਰੀਆਂ ਥੱਕ ਗਈਆਂ ਨੇ। ਪਰ ਨਿੱਜਰ ਸਾਹਿਬ ਇਹਨਾਂ ਦੇ ਥੱਕਣ ਦੇ ਨਾਲ ਬੰਦੇ ਅੰਦਰ ਥੋੜੀ ਥੱਕ ਜਾਂਦਾ, ਬੰਦਾ ਦੇ ਅੰਦਰੋਂ ਹੋਰ ਜਾਗਦਾ। ਬਿਲਕੁਲ ਸਹੀ ਗੱਲ ਹੈ। ਇੰਦਰੀਆਂ ਤੇ ਜਵਾਬ ਦੇ ਜਾਂਦੀਆਂ ਨੇ, ਪਰ ਉਹਦੇ ਰਸ ਨੂੰ ਪੀਣ ਦੇ ਤਰੀਕੇ ਬਦਲ ਜਾਂਦੇ ਬੰਦੇ ਦੇ। ਕਿ ਹੋਰ ਤਰੀਕੇ ਨਾਲ ਲੈਣ ਡਿਆ ਬੰਦਾ ਚੀਜ਼ ਨੂੰ। ਤੇ ਉਹ ਜਿਹੜੀ ਹੈ ਕਹਿੰਦੇ ਕਿ ਵੇਖੋ ਇੰਨੀ ਪਾਵਰਫੁਲ ਚੀਜ਼ ਆ, ਇਹ ਬੰਦਾ ਇਹਨਾਂ ਚੀਜ਼ਾਂ ਦਾ ਤਿਆਗ ਹੀ ਨਹੀਂ ਕਰ ਪਾਉਂਦਾ, ਬੰਦਾ ਥੱਕਦਾ ਹੀ ਨਹੀਂ। ਸਰੀਰ ਜਵਾਬ ਦੇ ਗਿਆ, ਇੰਦਰੀਆਂ ਜਵਾਬ ਦੇ ਗਈਆਂ, ਪਰ ਅੰਦਰ ਹਜੇ ਵੀ ਉਹਦੇ ਅੰਦਰ ਹੈਗੀ ਇੱਛਾ ਕਿ ਹੋਰ ਭੋਗਿਆ ਜਾਵੇ, ਹੋਰ ਭੋਗਿਆ ਜਾਵੇ। ਹਾਂਜੀ। ਬਾਵਰੇ ਤੇ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਰਹਾਓ। ਕਹਿੰਦੇ ਗਿਆਨ ਨਹੀਂ ਲਿਆ ਭਾਈ ਤੂੰ, ਬ੍ਰਹਮ ਗਿਆਨੀਆਂ ਦਾ
ਗਿਆਨ ਨਹੀਂ ਲਿਆ, ਗੁਰੂ ਤੋਂ ਗੁਰੂ ਦੀ ਮੱਤ ਨਹੀਂ ਲਈ ਪਾਈ, ਐਵੇਂ ਹੀ ਜਨਮ ਆਪਣਾ ਗਵਾ ਲਿਆ। ਹਾਂਜੀ ਵੀਰ ਜੀ। ਬਿਰਥਾ ਜਨਮ ਗਵਾਇਆ ਮਤਲਬ ਕਿ ਯੂਜ਼ਲੈਸ, ਹਾਂ, ਕੋਈ ਬੈਨੀਫਿਟ ਨਹੀਂ ਆ। ਬਿਲਕੁਲ। ਕੋਈ ਚੀਜ਼ ਲਿਆਂਦੀ ਹੈ, ਉਹ ਨਾ ਖਾਧੀ ਨਾ ਕਿਸੇ ਨੂੰ ਦਿੱਤੀ, ਓਦਾਂ ਹੀ ਰੋੜਨੀ ਪਈ, ਉੱਥੇ ਕਚਰੇ 'ਚ ਸੁੱਟਣੀ ਪਈ। ਉਹ ਕਹਿੰਦੇ ਕਿ ਬਿਰਥਾ, ਤੇਰਾ ਜੀਵਨ ਜਿਹੜਾ ਬਿਰਥਾ ਹੀ ਵੇਸਟ ਹੋ ਗਿਆ। ਬਾਵਰੇ ਕਹਿੰਦੇ ਹੋ ਕਿ ਤੂੰ ਕਿਤੇ ਗਿਆਨ ਨਹੀਂ ਪ੍ਰਾਪਤ ਕੀਤਾ, ਤੂੰ ਵਿਚਾਰ ਨਹੀਂ ਕੀਤੀ। ਵਿਚਾਰ ਹੁਣ ਕਿੱਥੋਂ ਮਿਲਣੀ ਆ? ਗਿਆਨ ਕਿੱਥੋਂ ਮਿਲਣਾ? ਗਿਆਨ ਤੇ ਮਿਲਣਾ ਸੰਗਤ ਚੋਂ। ਔਰ ਗੋਰਖੀ ਸਾਹਿਬ, ਸਾਰੀ ਮਾਫ ਕਰਨਾ, ਇੱਕ ਮੈਂ ਜਿਹੜਾ ਹੈਗਾ, ਜਿਹੜੀ ਵੈਸੇ ਹੀ ਮਜ਼ਾਕ ਦੀ ਗੱਲ ਹੈਗੀ ਪਰ ਹੈ ਗੱਲ ਦੇ ਵਿੱਚ ਵਜਨ ਹੈਗਾ, ਕਿ ਬਿਰਥਾ ਜਨਮ ਗਵਾਇਆ ਦੀ ਗੱਲ ਕਰ ਰਹੇ ਹੈ। ਵੀ ਦੇਖੋ, ਇਨਸਾਨ ਨੇ ਮਨੁੱਖੀ ਜੂਨ ਲਈ ਔਰ ਵੇਸਟ ਕਰਤੀ। ਚਲੋ ਵੇਸਟ ਕਰਤੀ, ਠੀਕ ਆ। ਇਹਦੇ ਦੇ ਨਾ ਮਹਾਰਾਸ਼ਟਰ ਸਾਈਡ, ਬੰਬੇ ਸਾਈਡ 'ਚ ਗਏ ਅਤੇ ਉੱਥੇ ਗਏ ਅਤੇ ਇੱਕ ਨੇ ਜਿਹੜਾ ਹੈਗਾ ਗਿਆ ਹੋਟਲ ਦੇ ਵਿੱਚ, ਕਹਿੰਦੇ ਕਿ ਉਹਨੇ ਵਿਚਾਰੇ ਨੇ ਪਾਣੀ ਮੰਗਾਇਆ ਸੀ, ਪਾਣੀ ਦਾ ਗਲਾਸ ਕੱਚ ਦਾ ਆਇਆ, ਉਹ ਗਲਾਸ ਕਿਤੇ ਡਿੱਗ ਪਿਆ, ਟੁੱਟ ਗਿਆ। ਅਤੇ ਕਾਊਂਟਰ 'ਤੇ ਗਿਆ, ਕਹਿੰਦੇ ਉਹਦਾ ਵੇਟਰ ਕਹਿੰਦਾ ਖਾਇਆ ਪੀਆ ਕੁਛ ਨਹੀਂ, ਗਲਾਸ ਫੋੜਾ 12 ਆਨੇ। ਬਸ ਉਹ ਜਿਹੜਾ ਹੈਗਾ ਆਪਾਂ ਨੇ ਅਵਗੁਣ ਕਰ ਲਏ, ਜਨਮ ਤਾਂ ਗਵਾ ਲਿਆ, ਪਰ ਅਵਗੁਣ ਕਰਕੇ ਜਿਹੜਾ ਹੈਗਾ ਗਾਹਾਂ ਜਿਹੜਾ ਹੈਗਾ ਪ੍ਰੋਬਲਮ ਆ ਗਈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਕਿ ਇੱਕ ਤੇ ਅਵਗੁਣ, ਇਹ ਅਵਗੁਣ ਤੇ ਕਰ ਲਈ, ਇੱਕ ਗੱਲ ਵੱਖਰੀ ਆ। ਤੂੰ ਅਗਲੇ ਆਉਣ ਵਾਲੇ ਸਮੇਂ ਲਈ ਵੀ ਇੱਕ ਮੁਸੀਬਤ ਖੜੀ ਕਰਕੇ ਰੱਖ ਲਈ। ਹਾਂ, ਔਰ ਉਹਦੀ ਮੁਸੀਬਤ ਤੇਰੇ ਗਲ 'ਚ ਪਿਆ ਢੋਲ ਹੈ, ਤੈਨੂੰ ਮੁੜ ਕੇ ਵਜਾਉਣਾ ਪੈਣਾ। ਫਿਰ ਕਹਿੰਦੇ ਨੇ ਕਿ ਬਾਵਰੇ ਦਾ ਮਤਲਬ ਹੁੰਦਾ ਹੈ ਕਮਲੇ, ਜਿਹਨੂੰ ਗਿਆਨ ਨਹੀਂ ਆ। ਜਿੱਦਾਂ ਕੋਈ ਬੰਦਾ ਹੋਵੇ ਹੱਥ 'ਚ ਚਾਕੂ ਫੜਿਆ ਹੋਵੇ ਤੇ ਧੌਣ ਤੇ ਕੇਰੀ ਜਾਵੇ ਆਪਣੀ, ਆਪਾਂ ਤਾਂ ਇਹੋ ਕਹਾਂਗੇ ਇਹ ਬੰਦਾ ਪਾਗਲ ਹੈਗਾ, ਇਹਨੂੰ ਗਿਆਨ ਕੋਈ ਨਹੀਂ। ਹੁਣ ਸਾਨੂੰ ਵੀ ਉਹ ਕਹਿ ਰਹੇ ਨੇ ਕਿ ਤੂੰ ਜੀਵਨ ਦੇ ਵਿੱਚ ਕਿਤੇ ਤੂੰ ਗਿਆਨ ਪ੍ਰਾਪਤ ਕੀਤਾ, ਕਿਤੇ ਵਿਚਾਰ ਕਰਦਾ। ਵਿਚਾਰ ਤੇ ਉਹੀ ਕਰੂ ਨਾ ਕਿ ਜਿਹਨੂੰ ਪਤਾ ਹੋਵੇ ਕਿ ਕਰਮ ਮੈਂ ਕਰਨਾ ਜਾਂ ਨਹੀਂ ਕਰਨਾ, ਤੇ ਜੇਕਰ ਮੈਂ ਕਰਦਾ ਹੈ ਤੇ ਤਾਂ ਕੀ ਫਲ ਮਿਲੂਗਾ। ਵਿਚਾਰ ਤੇ ਉਹਨੂੰ ਹੋਊਗੀ ਨਾ। ਵਿਚਾਰ ਆਪਾਂ ਪਤਾ ਕਦੋਂ ਕਰਦੇ ਹਾਂ? ਜਦੋਂ ਆਪਾਂ ਖਰਚਾ ਕਰਦੇ ਹਾਂ, ਕੋਈ ਚੀਜ਼ ਖਰੀਦਦੇ ਹਾਂ, ਤੇ ਸਾਨੂੰ ਪਤਾ ਹੈ ਕਿ ਸਾਡੇ ਵਿੱਚ ਕਿੰਨੇ ਪੈਸੇ ਆ, ਕਿੰਨੇ ਦੀ ਚੀਜ਼ ਆਉਣੀ ਆ। ਜੇ ਵੱਡੀ ਚੀਜ਼ ਲੈ ਲਾਂਗੇ ਤੇ ਉਹਦੇ ਪੈਸੇ ਕਿੱਥੋਂ ਆਉਣੇ ਆ, ਫਿਰ ਉਹਦੀ ਇੰਸਟਾਲਮੈਂਟ ਦੇਣੀ ਪਊਗੀ, ਐਰਾ ਵਗੈਰਾ। ਉੱਥੇ ਆਪਾਂ ਵਿਚਾਰ ਕਰਦੇ ਹਾਂ। ਪਰ ਜੀਵਨ ਦੇ ਵਿੱਚ ਆਪਣਾ ਜੀਵਨ ਕਿੱਧਰ ਜਾ ਰਿਹਾ, ਬੰਦਾ ਉਹਦੇ ਉੱਪਰ ਕਦੇ ਵਿਚਾਰ ਨਹੀਂ ਕਰਦਾ। ਬੰਦਾ ਬਹੁਤ ਬੇਹੋਸ਼ੀ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ। ਹਾਂਜੀ ਨਜਰ ਸਾਹਿਬ। ਤਬ ਲਗ ਪ੍ਰਾਣੀ ਰਹਾਓ, ਤਬ ਲਗ ਪ੍ਰਾਣੀ ਤਿਸ ਸਰੇਵੋ, ਜਬ ਲਗ ਘਟ ਮੈਂ ਸਾਸਾ। ਦੇਖ ਲਓ, ਭਗਤੀ ਕਦ ਤੱਕ ਕਰਨੀ ਹੈ? ਕਹਿੰਦੇ ਜਦ ਤੱਕ ਕਹਿੰਦੇ ਸਾਹ ਚੱਲਦੇ ਆ ਤੇਰੇ ਭਾਈ ਪਿਆਰਿਆ, ਤੇਰੇ ਅੰਦਰ ਸਾਹ ਆ ਨਾ, ਤੇਰੇ ਸਰੀਰ ਦੇ ਵਿੱਚ ਸਾਹ ਚੱਲਦੇ ਆ, ਤਦ ਤੱਕ ਭਗਤੀ ਕਰਨੀ ਹੈ। ਤਦ ਤੱਕ ਉਹ ਮਾਲਕ ਪਰਮਾਤਮਾ ਦੀ ਸੇਵਾ ਕਰਨੀ, ਉਹਨੂੰ ਯਾਦ ਕਰਨਾ ਹੈ, ਉਹਦਾ ਧਿਆਨ ਸਿਮਰਨ ਕਰਨਾ ਹੈ। ਹੇ ਪ੍ਰਾਣਾ ਵਾਲਿਆ, ਪ੍ਰਾਣ ਸ਼ਕਤੀ ਤਦ ਤੱਕ ਲਾਉਣੀ ਹੈ ਮਾਲਕ ਵੱਲ ਨੂੰ। ਤਬ ਲਗ ਪ੍ਰਾਣੀ ਤਿਸ ਸਰੇਵੋ, ਜਬ ਲਗ ਘਟ ਮੈਂ ਸਾਸਾ। ਜੇ ਘਟ ਜਾਏ ਤਾਂ ਭਾਵ ਨਾ ਜਾਸੀ, ਹਰ ਕੇ ਚਰਨ ਨਿਵਾਸਾ। ਦੇਖ ਲਾ ਪਿਆਰਿਆ, ਸਰੀਰ ਚਲੇ ਜਾਏਗਾ ਤਾਂ ਤੇਰਾ ਪਿਆਰ, ਤੇਰੀ ਖਿੱਚ ਜਿਹੜੀ ਹੈ ਨਹੀਂ ਜਾਣੀ ਮਾਲਕ ਦੇ ਨਾਲ। ਜਿਹੜੀ ਖਿੱਚ ਬਣ ਗਈ ਆ, ਉਹ ਪ੍ਰੇਮ ਤੇਰਾ ਨਹੀਂ ਜਾਣਾ। ਅਤੇ ਸਰੀਰ ਜਾਣ ਦੇ ਬਾਅਦ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਮਿਲ ਜਾਏਗਾ, ਮਾਲਕ ਦੀ ਸੰਗਤ ਹੋ ਜਾਏਗੀ, ਆਤਮਾ ਦੇ ਵਿੱਚ ਲੀਨ ਹੋ ਜਾਏਗਾ। ਜੇ ਘਟ ਜਾਏ ਤਾਂ ਭਾਵ ਨਾ ਜਾਸੀ, ਹਰ ਕੇ ਚਰਨ ਨਿਵਾਸਾ। ਬੂੰਦ ਸਾਗਰ ਦੇ ਵਿੱਚ ਹੋ ਜਾਏਗੀ ਭਾਈ, ਜਨਮ ਮਰਨ ਦੇ ਗੇਟ 'ਚੋਂ ਬਾਹਰ ਹੋ ਜਾਏਗਾ। ਹਾਂਜੀ ਵੀਰ ਜੀ। ਹੁਣ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਉਨਾ ਚਿਰ ਤੱਕ ਭਗਤੀ ਕਰਦਾ ਰਹੇ, ਬੰਦ ਨਾ ਕਰ ਦੇ। ਕਿਉਂਕਿ ਇਹ ਤੇਰਾ ਜਿਹੜਾ ਜੀਵਨ ਹੈ ਨਾ, ਇਹ ਲਗਾਤਾਰ ਹੀ ਇਹਨੂੰ ਲੋੜ ਹੈ ਪਰਮਾਤਮਾ ਦੇ ਵੱਲ ਗਤੀ ਕਰਨ ਦੀ। ਇਹ ਨਹੀਂ ਕਿ ਤੂੰ 2-4 ਦਿਨ ਪਾਠ ਕੀਤਾ, ਵਾਹਿਗੁਰੂ ਵਾਹਿਗੁਰੂ ਕੀਤਾ ਤੇ ਮੁੜ ਕੇ ਭੁੱਲ ਹੀ ਜਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਅਗਲੀ ਤੱਕ ਬੋਲੋ, ਜੇ ਘਟ ਜਾਏ ਤਾਂ ਭਾਵ ਨਾ ਜਾਸੀ। ਜੇ ਘਟ ਚਲਾ ਗਿਆ, ਦੇ ਸਰੀਰ ਚਲਾ ਗਿਆ, ਤੇ ਤੇਰਾ ਪਿਆਰ ਬਣ ਗਿਆ ਜਿਹੜਾ ਮਾਲਕ ਪਰਮਾਤਮਾ ਦੇ ਨਾਲ। ਕਿਉਂਕਿ ਤੂੰ ਤਾਂ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇਰਾ ਪਿਆਰ ਥੋੜੀ ਨਾ ਚਲੇ ਜਾਏਗਾ, ਮਾਲਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਹੋ ਜਾਏਗਾ ਤੇਰਾ, ਮਾਲਕ ਦੀ ਸੰਗਤ ਹੋ ਜਾਏਗੀ ਤੈਨੂੰ ਆਤਮਾ ਦੀ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਤੇਰੇ ਸਰੀਰ ਦੇ ਵਿੱਚ ਸ਼ਕਤੀ ਹੈ ਨਾ, ਜਾਂ ਜਿੰਨਾ ਚਿਰ ਤੱਕ ਮਤਲਬ ਤੇਰੇ ਸਵਾਸ ਚੱਲ ਰਹੇ ਨੇ, ਠੀਕ ਨੇ ਜੀ ਸਾਹਿਬ? ਬਿਲਕੁਲ। ਤੇ ਉਹਨਾਂ ਚਿਰ ਤੱਕ ਤੂੰ ਫਿਰ ਬੰਦਗੀ ਜਿਹੜੀ ਕਰੀ ਜਾ ਪਰਮਾਤਮਾ ਦੀ, ਉਹਦੇ ਚਰਨਾਂ 'ਚ ਸੁੱਟੀ ਕਾਗਰ ਕਰਕੇ ਬੈਠਾ ਰਹਿ। ਇਹ ਨਾ ਸੋਚੀ ਕਿ 2-4 ਦਿਨ ਪਾਠ ਕਰਕੇ ਵਾਹਿਗੁਰੂ ਵਾਹਿਗੁਰੂ ਕਰਕੇ ਤੇ ਸੋਚੇ ਤੂੰ ਧਾਰਮਿਕ ਹੋ ਗਿਆ
ਤੈਨੂੰ ਪਰਮਾਤਮਾ ਦੀ ਭਗਤੀ ਕਰਨੀ ਪਊਗੀ। ਹਾਂਜੀ ਨੇ ਜੀ। ਜਿਸਕੋ ਸ਼ਬਦ ਵਸਾਵੈ ਅੰਤਰ ਚੂਕੈ ਤਿਸੈ ਪਿਆਸਾ। ਜਿਹਦੇ ਅੰਦਰ ਸ਼ਬਦ ਪ੍ਰਗਟ ਹੋ ਗਿਆ ਭਾਈ, ਉਹਦੀ ਪਿਆਸ ਮਾਇਆ ਦੀ ਚੁੱਕ ਜਾਣੀ ਆ। ਪਦਾਰਥਾਂ ਦੀ, ਮਾਇਆ ਦੀ, ਸਵਾਦਾਂ ਦੀ ਪਿਆਸ ਚੁੱਕ ਜਾਣੀ, ਖਤਮ ਹੋ ਜਾਣੀ ਆ। ਹੁਕਮੈ ਬੂਝੈ ਚੌਪੜ ਖੇਲੈ ਮਨ ਜਿਣ ਢਾਲੇ ਪਾਸਾ। ਉਹ ਕੀ ਕਰਦਾ ਇਨਸਾਨ? ਹੁਕਮ ਨੂੰ ਬੁੱਝ ਜਾਂਦਾ ਹੈ ਭਾਈ ਪਰਮੇਸ਼ਰ ਨੇ ਤਾਂ ਬੰਦਗੀ ਵਾਸਤੇ ਮੈਨੂੰ ਸਵਾਸ ਦਿੱਤੇ, ਮੈਨੂੰ ਆ ਸਰੀਰ ਬੜਾ ਰੇਅਰ ਹੈ, ਬੜਾ ਕੀਮਤੀ ਆ, ਮੈਂ ਤਾਂ ਬੜਾ ਲੱਕੀ ਹੈਗਾ ਆ ਜਿਹੜਾ ਮੈਨੂੰ ਮਨੁੱਖੀ ਜੂਨ ਮਿਲ ਗਈ ਔਰ ਆ ਜਿਹੜੀ ਮੈਨੂੰ ਗਿਆਨ ਮਿਲ ਗਿਆ। ਫਿਰ ਕੀ ਕਰਦਾ ਹੈ ਉਹ ਕੀ ਕਰਦਾ ਹੈ? ਕਿਹੀ ਜੀ ਖੇਡ ਖੇਡਦਾ ਹੈ? ਸ਼ਤਰੰਜ ਜਿਹੜੀ ਵਿਛੀ ਹੋਈ ਹੈ, ਮਾਲਕ ਨੇ ਵਿਛਾਈ ਹੋਈ ਆ। ਇੱਕ ਪਾਸੇ ਮਾਇਆ ਹੈਗੀ, ਦੂਜੇ ਪਾਸੇ ਉਹ ਆਪ ਹੈਗਾ। ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਦੂਜੇ ਪਾਸੇ ਉਹ ਆਪ ਹੈਗਾ ਤੇ ਗੁਰੂ ਦਾ ਗਿਆਨ ਹੈਗਾ। ਫਿਰ ਉਹ ਕੀ ਕਰਦਾ ਹੈ? ਮਨ ਜਿਣੇ ਢਾਲੇ ਪਾਸਾ। ਉਹ ਐਸੇ ਚਾਲਾਂ ਚੱਲਦਾ ਹੈ ਕਿ ਆਪਣੇ ਮਨ ਨੂੰ ਜਿਹੜਾ ਹੈਗਾ ਜਿੱਤ ਲੈਂਦਾ। ਉਹ ਮਨ ਨੂੰ ਜਿੱਤ ਲੈਂਦਾ ਆਪਣੇ ਨੂੰ। ਇਹ ਗੇਮ ਕੀ ਹੈ ਦੁਨੀਆ ਦੀ? ਮਨ ਜੀਤੇ ਜਗ ਜੀਤ। ਜਗ ਜਿੱਤਿਆ ਗਿਆ ਭਾਈ, ਮਨ ਜਿਹਨੇ ਜਿੱਤ ਲਿਆ। ਹੁਕਮੇ ਬੂਝੇ, ਆ ਚੌਪੜ ਜਿਹੜੀ ਵਿਸਾਤ ਜਿਹੜੀ ਹੈ, ਜਿਹੜੀ ਖੇਡ ਵਾਸਤੇ ਆਪਾਂ ਆਏ ਆ ਦੁਨੀਆ ਦੇ ਵਿੱਚ, ਉਹ ਹੁਕਮ ਮਾਲਕ ਦਾ ਬੁੱਝ ਲੈਂਦਾ ਹੈ ਵੀ ਆਹ ਖੇਡ ਖੇਡਣੀ ਆ। ਔਰ ਮਾਲਕ ਨੇ ਸਵਾਦ ਪਾਏ ਹੋਏ ਆ। ਇਹ ਸਵਾਦਾਂ ਦਾ ਚੋਗਾ ਜਿਹੜਾ ਹੈਗਾ, ਸਵਾਦਾਂ ਦਾ ਜਿਹੜਾ ਹੈਗਾ ਪੂਰਾ ਦਾਣਾ 4 ਚੁਫੇਰੇ ਖਿਲਾਰਿਆ ਹੋਇਆ। ਇਹਦੇ ਵਿੱਚ ਜਿਹੜਾ ਹੈਗਾ ਮੈਂ ਨਹੀਂ ਚੁਗਣ ਦੇ ਵਾਸਤੇ ਜਾਣਾ। ਓਨਾ ਕੀ ਲੈਣਾ ਹੈ ਜਿੰਨਾ ਕੁ ਮੇਰੇ ਕੋਲ ਆ ਜਾਂਦਾ ਹੈ ਆਪਣੇ ਆਪ, ਓਨਾ ਕੀ ਲੈਣਾ ਹੈ ਮੈਂ। ਹੁਕਮੇ ਬੂਝੇ ਚੌਪੜ ਖੇਲੇ ਮਨ ਜਿਣੇ ਢਾਲੇ ਪਾਸਾ। ਬਸ ਉਹ ਮਨ ਨੂੰ ਜਿੱਤਦਾ ਹੈ। ਇਸ ਤਰ੍ਹਾਂ ਜਿਹੜਾ ਹੈ ਆਹ ਪਾਸਾ, ਆਹ ਚਾਲ ਚੱਲਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਜਿਹੜਾ ਪ੍ਰਮਾਤਮਾ ਦਾ ਹੁਕਮ ਸਮਝ ਲੈਂਦਾ ਹੈ, ਜਿਹਨੂੰ ਗਿਆਨ ਹੋ ਜਾਂਦਾ ਕਿ ਮੇਰੇ ਜੀਵਨ ਦਾ ਮਕਸਦ ਹੈ ਨਾ ਕਿ ਬੱਚੇ ਪੈਦਾ ਕਰਕੇ ਮਕਾਨ ਬਣਾ ਕੇ ਸੰਸਾਰ ਤੋਂ ਚਲੇ ਜਾਣਾ। ਇਹ ਲਕਸ਼ ਮੇਰੇ ਨਹੀਂ ਜੀਵਨ ਹੈਗਾ। ਦਾ ਮਕਸਦ ਹੈ ਵੱਡਾ ਕੰਮ। ਹਾਂ, ਜੇ ਮੈਂ ਇਹ ਕੰਮ ਕਰਕੇ ਆਪਣਾ ਸਾਰਾ ਸਮਾਂ ਬਰਬਾਦ ਕਰਦਾ ਹੈ ਤੇ ਫਿਰ ਸਮਝ ਲਓ ਕਿ ਉੱਪਰ ਤੁਕ ਲਿਖਿਆ ਨਾ, ਪਹਿਲਾਂ ਤੁਕ ਲਿਖੀ ਕਿ ਵਧੀਆ ਗੱਲ ਨਹੀਂ ਹੈ, ਕਿਉਂਕਿ ਤੂੰ ਮੇਨ ਮਕਸਦ ਹੀ ਛੱਡਤਾ। ਹੁਣ ਜੇਕਰ ਤੂੰ ਮੇਨ ਮਕਸਦ ਨੂੰ ਆਪਣੇ ਜੀਵਨ ਚ ਲਾਗੂ ਕਰਕੇ ਰੱਖਦਾ ਹੈ ਔਰ ਫਾਲਤੂ ਦੀ ਚੀਜ਼ਾਂ ਬੰਦ ਕਰ ਦਿੰਦਾ ਤੇ ਤੂੰ ਸਮਝ ਲੈ ਕਿ ਤੇਰਾ ਧਰਤੀ ਤੇ ਆਉਣਾ ਸਫਲ ਆ, ਤੇਰਾ ਪਾਸਾ ਵੀ ਜਿਹੜਾ ਸਹੀ ਪੈ ਗਿਆ। ਹਾਂਜੀ ਨਜਰ ਸਾਹਿਬ, ਅਗਲੀ ਤੁਕ ਬੋਲੋ। ਅਗਲੀ ਬੜੀ ਕਮਾਲ ਦੀ ਤੁਕ ਹੈ ਜੀ। ਚੌਥਾ ਪਦ, ਜੋ ਜਨ ਜਾਨ ਭਜੇ ਅਬ ਗਤ ਕੋ ਤਿਨਕਾ ਕਛੂ ਨਾ ਨਾਸਾ। ਵਾਹ ਬਈ ਵਾਹ, ਕਮਾਲ ਹੈ ਕਬੀਰ ਜੀ, ਕਮਾਲ ਹੈ। ਸਲੂਟ ਹੈ ਕਬੀਰ ਜੀ। ਕਹਿੰਦੇ ਭਜਨ ਤਾਂ ਉਸੇ ਦਾ ਕਰਨਾ ਬਈ, ਉਹਦਾ ਨਹੀਂ ਪਤਾ ਲੱਗਣਾ ਤੈਨੂੰ, ਉਹਦਾ ਰੂਪ ਨਾ ਰੰਗ ਨਾ ਰੇਖ ਕਿਛ, ਤ੍ਰੈਗੁਣ ਤੇ ਪ੍ਰਾਪੀਨ। ਅਵਗਤ ਆ ਉਹ ਤੇਰੇ ਕੋਲੋਂ, ਨਹੀਂ ਜਾਣਦਾ ਤੂੰ। ਉਹ ਮਾਲਕ ਪਰਮਾਤਮਾ ਸਾਹਮਣੇ ਨਹੀਂ ਹੈਗਾ, ਕੋਈ ਮੂਰਤੀ ਨਹੀਂ ਹੈਗੀ ਜਿਹਦੇ ਉੱਤੇ ਜਾ ਕੇ ਜਿਹੜਾ ਹੈਗਾ ਉਹਦੀ ਭਗਤੀ ਕਰ ਲਏਗਾ, ਉਹਨੂੰ ਅਰਪਣ ਕਰ ਦੇਗਾ ਕੁਛ, ਜਾਂ ਕੁਛ ਪੜ੍ਹ ਲਏਗਾ। ਜੋ ਜਨ ਜਾਨ ਭਜੈ ਅਵਗਤ ਕੋ। ਅਵਗਤ ਨੂੰ ਜਿਹਨੂੰ ਮੈਂ ਤਾਂ ਅਵਗਤ ਵਰਡ ਜਿਹੜਾ ਹੈਗਾ ਇਹ ਯੂਪੀ ਬਿਹਾਰ ਦਾ ਵਰਡ ਹੈ। ਕਹਿੰਦੇ ਬਈ अवगत नहीं है, मेरे को नहीं मालूम है कौन है क्या है, मेरे को मैं अवगत नहीं हूँ उससे। जो जन जान भजे अवगत को तिनका कछु ना नासा। कहते बस कहते अवगत ਨੂੰ ਭਜਨ ਕਰਨਾ ਹੈ, ਪਰਮਾਤਮਾ ਨੂੰ ਭਜਨ ਕਿਵੇਂ ਕਰਨਾ ਹੈ? ਮਾਲਕ ਪਰਮਾਤਮਾ ਨੂੰ ਯਾਦ ਕਰਨਾ ਹੈ, ਇਹ ਉਹਦਾ ਅਵਗਤ ਦਾ ਭਜਨ ਹੈਗਾ ਭਾਈ। ਕਹਿੰਦੇ ਜਿਹੜੇ ਇਸ ਤਰੀਕੇ ਨਾਲ ਭਗਤੀ ਜਾਣ ਲੈਂਦੇ ਆ, ਕਹਿੰਦੇ ਉਹਨਾਂ ਦਾ ਕੁਛ ਨਹੀਂ ਉਹਨਾਂ ਦਾ ਕੁਛ ਵੀ ਨਹੀਂ ਵਿਗੜਿਆ, ਸਾਰਾ ਦਾ ਸਾਰਾ ਖਰਾ ਸੋਨਾ ਹੈ ਭਾਈ, ਉਹਨਾਂ ਨੇ ਖੱਟ ਲਿਆ। ਜੋ ਜਨ ਜਾਨ ਭਜੇ ਅਵਗਤ ਕੋ ਤਿਨਕਾ ਕਛੂ ਨਾ ਨਾਸਾ। ਕਹੋ ਕਬੀਰ ਤੇ ਜਨ ਕਬੂ ਨਾ ਹਾਰੇ ਢਾਲ ਜੋ ਜਾਣੇ ਪਾਸਾ। ਕਹਿੰਦੇ ਉਹ ਕਦੀ ਵੀ ਨਹੀਂ ਹਾਰਦੇ ਜੋ ਇਸ ਤਰੀਕੇ ਦੇ ਨਾਲ ਆਪਣੇ ਮਨ ਨੂੰ ਰੋਕਦੇ ਆ, ਆਪਣੇ ਵਿਚਾਰਾਂ ਨੂੰ ਰੋਕਦੇ ਆ। ਇਸ ਤਰੀਕੇ ਦੇ ਨਾਲ ਆਹ ਪਾਸਾ, ਆਹ ਸ਼ਤਰੰਜ ਦੀ ਚਾਲ ਚੱਲਣਾ, ਜਿਹੜੇ ਜੀਵਨ ਰੂਪ ਸ਼ਤਰੰਜ ਦੀ ਚਾਲ ਇਸ ਤਰੀਕੇ ਦੇ ਨਾਲ ਚੱਲਦੇ ਆ, ਉਹ ਕਦੀ ਵੀ ਨਹੀਂ ਹਾਰਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਪ੍ਰਮਾਤਮਾ ਹੈਗਾ ਔਰ ਜਿਹੜੇ ਉਸ ਦਿਸ਼ਾ ਦੇ ਵੱਲ ਗਤੀ ਕਰ ਰਹੇ ਨੇ, ਉਹ ਕਦੇ ਵੀ ਅਸਫਲ ਨਹੀਂ ਹੋਣਗੇ। ਉਹਨਾਂ ਇੱਕ ਸਮਾਂ ਆਊਗਾ ਉਹਨਾਂ ਨੇ ਸਫਲ ਹੋ ਜਾਣਾ। ਜਿਹੜਾ ਬੰਦਾ ਚੱਲਿਆ ਨਹੀਂ ਉਹਨੇ ਕਿੱਥੇ ਪਹੁੰਚਣਾ। ਹੁਣ ਤੁਸੀਂ ਦੇਖੋ, ਬਿਲਡਿੰਗ ਨੂੰ ਜਦੋਂ ਆਪਾਂ ਬਣਾਉਂਦੇ ਹਾਂ ਆਪਾਂ ਇੱਕ ਪਾਈਪ ਦੀ ਸਕੈਫੋਲਡਿੰਗ ਯੂਜ਼ ਕਰਦੇ ਹਾਂ। ਹੌਲੀ ਹੌਲੀ ਇੱਕ ਸਮਾਂ ਆਉਂਦਾ ਉਹ ਸਕੈਫੋਲਡਿੰਗ ਆਪਾਂ ਖੋਲ ਦਿੰਦੇ ਹਾਂ। ਜਿਹੜੀ ਚੀਜ਼ ਦੇ ਦੁਆਰਾ ਆਪਾਂ ਇਹ ਸਾਰਾ ਕੁਝ ਕਰਨਾ ਹੈ ਉਹ ਹੈ ਮਤਲਬ ਕਿ ਸਕੈਫੋਲਡਿੰਗ। ਹੁਣ ਜਦੋਂ ਬਿਲਡਿੰਗ ਤਿਆਰ ਕਰਦੇ ਹਾਂ ਤੇ ਪਾਈਪਾਂ ਦੀ ਲੋੜ ਪੈਂਦੀ ਆ,
ਫੱਟਿਆਂ ਦੀ ਲੋੜ ਪੈਂਦੀ ਆ, ਪਲੇਟਾਂ ਦੀ ਲੋੜ ਪੈਂਦੀ ਆ। ਪਰ ਇੱਕ ਸਮਾਂ ਆਉਂਦਾ ਹੈ ਜਦੋਂ ਬਿਲਡਿੰਗ ਆਪਣੇ ਆਪ ਨੂੰ ਪਾਵਰ ਦੇ ਲੈਂਦੀ ਆ ਤੇ ਫਿਰ ਵੇਖ ਲਓ ਅਸਮਾਨ ਚ ਸਭ ਉੱਥੇ ਹੀ ਪਿਆ ਰਹਿੰਦਾ। ਬਿਲਕੁਲ ਖੋਲ ਦਿੰਦੇ ਆ ਉਹ ਤਾਂ ਫੱਟੇ ਇੱਕ ਦਿਨ ਲਿਆ ਕੇ ਬਸ ਫਟਾ ਠਾ ਕਰਕੇ ਤੇ ਸਾਰੇ ਫੱਟੇ ਪੁੱਟੇ ਡੇਕ ਕੇ ਉਹ ਪਰੇ ਕਰਦੇ। ਹਾਂ, ਇਸੇ ਤਰ੍ਹਾਂ ਜਿਹੜੇ ਆਪਣੇ ਬੱਚੇ ਨੇ, ਆਪਣੇ ਬੱਚਿਆਂ ਦੀ ਕੇਵਲ ਸਕੈਪ ਹੋਲਡਿੰਗ ਬਣਨੀ ਆ, ਬੀਮ ਨਾ ਬਣ ਜਾਓ ਕਦੇ ਉਹ ਤੁਹਾਡੇ ਮਗਰ ਤੁਰਿਆ ਫਿਰੇ। ਠੀਕ ਹੈ, ਛੋਟੀ ਜਿਹੀ ਸਕੈਪ ਹੋਲਡਿੰਗ ਬਣੋ ਕਿ ਜਿੰਨੀ ਕੁ ਨੂੰ ਲੋੜ ਆ, ਮਾੜੀ ਸਪੋਰਟ ਦਿੱਤੀ, ਮੁੜ ਕੇ ਫਿਰ ਪੈਪ ਖੋਲ ਦਿੱਤਾ ਤਾਂ ਜੋ ਉਹ ਖੁਦ ਸਟੈਂਡ ਲਵੇ। ਤੇ ਜੇ ਤੁਸੀਂ ਸੋਚੋ ਕਿ ਉਹਦਾ ਦੁਨੀਆ ਭਰ ਦਾ ਜਿਹੜਾ ਤਾਮਝਾਮ ਹੈਗਾ ਤੁਸੀਂ ਕਰਨਾ ਇਹਨੇ, ਤੁਸੀਂ ਠੇਕਾ ਲਿਆ ਹੋਇਆ ਹੈ, ਫਿਰ ਉਹ ਬੱਚਾ ਕਿਤੇ ਵੀ ਇੰਡੀਪੈਂਡੈਂਟ ਨਹੀਂ ਹੋਵੇਗਾ। ਉਹ ਸਮਝ ਲਓ ਕਿ ਉਹਨੇ ਤੁਹਾਡੇ ਤੇ ਡਿਪੈਂਡੈਂਟ ਹੀ ਰਹਿਣਾ। ਫਿਰ ਕਿੱਡੇ ਕਿੱਡੇ ਵੱਡੇ ਬੱਚੇ ਹੋ ਜਾਂਦੇ ਨੇ ਤੇ ਉਹ ਵਿਚਾਰੇ ਆਪਣੀ ਰੂਟੀਨ ਵੀ ਨਹੀਂ ਕਰ ਸਕਦੇ, ਪਤਾ ਹੀ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ। ਤਾਂ ਇਸ ਕਰਕੇ ਵੀ ਆਪਾਂ ਇੱਥੇ ਭਗਤੀ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਸਥਿਰ ਕਰਨਾ ਹੈ। ਫਿਰ ਜਦੋਂ ਆਪਾਂ ਸਥਿਰ ਹੋ ਗਏ ਫਿਰ ਕੋਈ ਮੁਸ਼ਕਲ ਨਹੀਂ ਹੈ। ਤੇ ਫਿਰ ਕਹਿੰਦੇ ਆ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਸਥਿਰ ਕਰ ਲੈਂਦਾ, ਪਰਮਾਤਮਾ ਦੇ ਚਰਨਾਂ ਚ ਇਕਾਗਰ ਹੋ ਜਾਂਦਾ, ਉਹ ਬੰਦੇ ਧਰਤੀ ਤੇ ਆਏ ਸਫਲ ਹੋ ਜਾਂਦੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ। ਜਿਹੜੇ ਇਸ ਤਰੀਕੇ ਦੇ ਨਾਲ ਆ ਭਗਤੀ ਕਰਨ, ਭਗਤੀ ਰੂਪੀ ਪਾਸਾ ਸੁੱਟਦੇ ਆ ਭਾਈ, ਪ੍ਰੇਮਾ ਭਗਤੀ ਮਨ ਨੂੰ ਜਿੱਤਦੇ ਆ, ਉਹ ਆਪਣੀ ਮਨੁੱਖੀ ਜੂਨ ਜਿੱਤ ਕੇ ਜਿਹੜੇ ਹੈਗੇ ਰੇਅਰ ਬੰਦੇ ਆ ਉਹ ਭਾਗਾਂ ਵਾਲੇ ਹੋ ਜਾਂਦੇ ਆ ਭਾਈ। ਹਾਂਜੀ ਜੀ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਬਸ ਇਸੇ ਤਰ੍ਹਾਂ ਹੀ ਹੈ। ਕਹਿੰਦੇ ਕਿ ਜਿਹੜੇ ਉਸ ਦਿਸ਼ਾ ਦੇ ਵੱਲ ਗਤੀ ਕਰਦੇ ਆ ਉਹੀ ਚੰਗੇ ਭਾਗਾਂ ਵਾਲੇ ਆ, ਉਹੀ ਸਫਲ ਆ, ਉਹਨਾਂ ਦਾ ਧਰਤੀ ਤੋਂ ਆਉਣਾ ਸਫਲ ਆ। ਤੇ ਜਿਹੜੇ ਨਹੀਂ ਕਰਦੇ, ਵਿਚਾਰ ਨਹੀਂ ਕਰਦੇ, ਗਿਆਨ ਪ੍ਰਾਪਤ ਨਹੀਂ ਕਰਦੇ, ਏਦਾਂ ਸੁੱਤਿਆਂ ਹੀ ਜੀਵਨ ਬਤੀਤ ਕਰ ਜਾਂਦੇ ਨੇ, ਤੇ ਉਹ ਤੇ ਇੱਕ ਆਮ ਬਹੁਤ ਸਧਾਰਨ ਜਿਹਾ ਜੀਵਨ ਹੀ ਹੈ। तो आज के विचार इत्थे समाप्त करते हैं जी। एक ओंकार सतनाम करता पुरख निरभउ निर्वैर अकाल मूर्त जुनी सरबंस गुर प्रसाद। मेरे पिता गरीब नूं आज मेहर कर वाहिगुरू जी का खालसा वाहिगुरू जी की फतेह। वाहिगुरू 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 वाहिगुरू। ਹੁਣ ਸਾਧ ਸੰਗਤ ਦੀ ਚੁੱਪ ਜੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।